ਹਾਂਜੀ, ਵੈਲਕਮ ਬੈਕ ਟੂ ਦ ਚੈਨਲ ਦ ਹਰਬਲ ਅਰਥ ਐਂਡ ਗੁੱਡ ਇਵਨਿੰਗ ਟੂ ਆਲ ਆਫ ਯੂ। ਅੱਜ ਸਾਡੇ ਨਾਲ ਡਾਕਟਰ JS ਵਿਰਕ ਜੀ ਫਗਵਾੜਾ ਤੋਂ MBBS ਜੁੜੇ ਹਨ ਤੇ ਹਰ ਵਾਰ ਦੀ ਤਰ੍ਹਾਂ ਅੱਜ ਆਪਾਂ ਫੇਰ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਦੇ ਨਾਲ ਜੁੜੇ ਹਾਂ ਜੋ ਕਿ ਬਵਾਸੀਰ ਤੇ ਹੈ। ਤੇ ਜਿਵੇਂ ਕਿ ਦੱਸਿਆ ਗਿਆ ਹੈ ਟੌਪਿਕ ਦੇ ਵਿੱਚ ਕਿ ਡੂ ਯੂ ਨੋ ਵਾਈ ਪਾਈਲਸ ਬਲੀਡ, ਬਵਾਸੀਰ ਚੋਂ ਖੂਨ ਕਿਉਂ ਨਿਕਲਦਾ, ਕੀ ਚੀਜ਼ ਹੈ ਇਹ ਔਰ ਇਹਦੇ ਲਈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹੈਗੀਆਂ ਔਰ ਕਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਰੈਗੂਲਰ ਇਨਟੇਕ ਕਰਨੀਆਂ ਚਾਹੀਦੀਆਂ ਆਪਣੀ ਡਾਈਟ ਦੇ ਵਿੱਚ ਫॉर ਹੈਲਦੀ ਲਾਈਫ ਸਟਾਈਲ। ਤੇ ਡਾਕਟਰ ਸਾਹਿਬ ਸਾਨੂੰ ਡਿਸਕਸ ਕਰੋਗੇ ਤਾਂ ਤੁਸੀਂ ਪਲੀਜ਼ ਇਹਦੇ ਨੋਟਸ ਜ਼ਰੂਰ ਰੈਡੀ ਕਰਿਆ ਕਰੋ ਔਰ ਜੋ ਵੀ ਤੁਹਾਡੇ ਇਸ ਰਿਗਾਰਡਿੰਗ ਜਾਂ ਤੁਹਾਡੀ ਪ੍ਰੋਬਲਮ ਰਿਗਾਰਡਿੰਗ ਕੁਐਸਚਨ ਹੈ ਐਟ ਦ ਐਂਡ ਆਫ ਦ ਡਿਸਕਸ਼ਨ ਯੂ ਹੈਵ ਟੂ ਡਿਸਕਸ ਵਿਦ ਡਾਕਟਰ ਸਾਹਿਬ। ਐਂਡ ਆਪਾਂ ਹੁਣ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ। ਵੈਲਕਮ ਡਾਕਟਰ ਸਾਹਿਬ। ਥੈਂਕ ਯੂ ਚੇਤਨਾ ਜੀ। ਮੇਰੇ ਬਹੁਤ ਹੀ ਪਿਆਰੇ ਭੈਣੋ ਤੇ ਭਰਾਵੋ, ਅੱਜ ਆਪਾਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਡਿਸਕਸ ਕਰਨੇ ਜਾ ਰਹੇ ਹਾਂ ਕਿ ਸਾਡੀ ਬਵਾਸੀਰ ਦੇ ਵਿੱਚ ਖੂਨ ਕਿਉਂ ਵਗਦਾ ਹੈ। 75% ਲੋਕਾਂ ਨੂੰ ਆਪਣੀ ਲਾਈਫ ਦੇ ਵਿੱਚ ਕਿਸੇ ਟਾਈਮ ਦੇ ਵਿੱਚ ਇਹ ਜਿਹੜੀ ਬਿਮਾਰੀ ਹੈਗੀ ਆ ਇਹਨੂੰ ਹੋਣ ਦਾ ਚਾਂਸ ਹੈਗਾ ਆ। ਸੋ ਮੈਂ ਡਾਕਟਰ ਜਗਤਜੀਤ ਸਿੰਘ ਵਿਰਕ ਤੁਹਾਡੇ ਨਾਲ ਮੁਖਾਤਬ ਹਾਂ ਔਰ ਇਹ ਇੱਕ ਤਰ੍ਹਾਂ ਦੀ ਫੋਟੋ ਦੱਸੀ ਹੋਈ ਹੈ ਜਿਹੜੀ ਕਿ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਹਨੂੰ ਰਿਪਰੈਜ਼ੈਂਟ ਕਰਦੀ ਆ ਕਿ ਕਿਸ ਤਰ੍ਹਾਂ ਸਾਡੀ ਬਾਟਮ ਤੇ ਉੱਤੇ ਤਕਲੀਫ ਹੁੰਦੀ ਹੈ ਜਦੋਂ ਅਸੀਂ ਇਸ ਬਿਮਾਰੀ ਨੂੰ ਨਾਲ ਜੂਝਦੇ ਆ। ਸੋ ਕਾਫੀ ਤਕਲੀਫ ਹੁੰਦੀ ਆ, ਇਸ ਕਰਕੇ ਇਹਨੂੰ ਇਸ ਤਰ੍ਹਾਂ ਰਿਪਰੈਜ਼ੈਂਟ ਕੀਤਾ ਹੈਗਾ ਆ। ਤੇ ਜਿਹੜੇ ਪਾਈਲਸ ਕੀ ਆ, ਬਵਾਸੀਰ ਕੀ ਆ, ਇਹ ਇੱਕ ਫੁੱਲੀਆਂ ਆ ਵੇਨਸ ਹੈਗੀਆਂ ਆ, ਨਾੜਾਂ ਹੈਗੀਆਂ ਸਾਡੇ ਗੁਦਾ ਦੇ ਵਿੱਚ, ਗੁਦਾ ਤੇ ਲੋਅਰ ਰੈਕਟਮ ਦੇ ਵਿੱਚ। ਜਿਸ ਤਰ੍ਹਾਂ ਸਾਡੀਆਂ ਲੱਤਾਂ ਦੇ ਵਿੱਚ ਕਈ ਵਾਰੀ ਜਿਹੜੀਆਂ ਨਾੜਾਂ ਹੈਗੀਆਂ ਉਹ ਸੁੱਜ ਜਾਂਦੀਆਂ ਆ ਔਰ ਬੜੀ ਸਪੋਲੀਏ ਦੀ ਸ਼ਕਲ ਦੇ ਨਾਲ ਫੁੱਲੀਆਂ ਆ ਨਾੜਾਂ ਦਿਸਦੀਆਂ ਆ, ਇਸੇ ਤਰ੍ਹਾਂ ਦੀਆਂ ਇਹ ਨਾੜਾਂ ਜਿਹੜੀਆਂ ਹੈਗੀਆਂ ਆ ਸਾਡੀ ਗੁਦਾ ਦੇ ਵਿੱਚ ਔਰ ਸਾਡੀ ਰੈਕਟਮ ਦੇ ਵਿੱਚ ਫੁੱਲ ਜਾਂਦੀਆਂ ਹਨ, ਜਿਨ੍ਹਾਂ ਦੇ ਵਿੱਚ ਖੂਨ ਭਰ ਜਾਂਦਾ ਆ ਔਰ ਉਹ ਸੁੱਜ ਜਾਂਦੀਆਂ ਹਨ ਤੇ ਉਹਨਾਂ ਨੂੰ ਅਸੀਂ ਪਾਈਲਸ ਕਹਿੰਦੇ ਆ ਜਾਂ ਬਵਾਸੀਰ ਕਹਿੰਦੇ ਆ। ਇਹ ਜਿਹੜਾ ਹੈਮਰੋਇਡਸ ਹੈਗਾ ਆ ਇਹ ਸਾਡੇ ਅੰਦਰ ਵੀ ਹੋ ਸਕਦਾ ਹੈ ਤੇ ਇਹ ਬਾਹਰ ਵਾਲੀ ਜਿਹੜੀ ਗੁਦਾ ਤੋਂ ਬਾਹਰ ਸਕਿਨ ਹੈਗੀ ਆ, ਚਮੜੀ ਹੈਗੀ ਆ, ਉਹਦੇ ਉੱਤੇ ਵੀ ਹੋ ਸਕਦਾ ਹੈਗਾ ਆ। ਔਰ ਜਿਹੜੇ ਜਿਸ ਤਰ੍ਹਾਂ ਮੈਂ ਦੱਸਿਆ ਕਿ 75% ਲੋਕਾਂ ਨੂੰ, 100 ਦੇ ਵਿੱਚੋਂ 3 ਲੋਕਾਂ ਨੂੰ ਇਹ ਲਾਈਫ ਟਾਈਮ ਦੇ ਵਿੱਚ ਟਾਈਮ ਤੇ ਟਾਈਮ ਇਹ ਬਿਮਾਰੀ ਹੋਣ ਦਾ ਖਤਰਾ ਹੁੰਦਾ ਹੈਗਾ ਆ। ਫਿਰ ਇਹ ਜਿਹੜੀ ਬਿਮਾਰੀ ਹੈਗੀ ਆ ਕਲੈਕਸ਼ਨ ਆਫ ਟਿਸ਼ੂਜ਼ ਐਂਡ ਵੇਨਸ ਜਿਹੜੀਆਂ ਹੈਗੀਆਂ ਆ, ਜਿਹੜੀਆਂ ਇਹ ਨਾੜੀਆਂ ਹੈਗੀਆਂ ਆ, ਇਹ ਇੱਕ ਤਾਂ ਫੁੱਲ ਜਾਂਦੀਆਂ ਆ, ਦੂਜੀਆਂ ਇਹਨਾਂ ਦੇ ਵਿੱਚ ਸੋਜਸ਼ ਹੋ ਜਾਂਦੀ ਹੈਗੀ ਆ। ਇਹਨਾਂ ਦਾ ਜਿਹੜਾ ਸਾਈਜ਼ ਹੈਗਾ ਆ ਉਹ ਡਿਫਰੈਂਟ ਟਾਈਮ ਤੇ ਵੇਰੀ ਕਰਦਾ ਹੈਗਾ ਆ। ਇਹ ਅੰਦਰ ਵੀ ਹੋ ਸਕਦਾ ਗੁਦਾ ਤੋਂ ਔਰ ਗੁਦਾ ਤੋਂ ਬਾਹਰ ਵੀ ਹੋ ਸਕਦਾ ਹੈ। ਇਹ ਹੁੰਦਾ ਕਿਉਂ ਹੈ, ਕਾਜ਼ ਕੀ ਹੈ ਇਹਦਾ? ਸਭ ਤੋਂ ਵੱਡਾ ਕਾਜ਼ ਇਹਦਾ ਹੈਗਾ ਆ ਕ੍ਰੋਨਿਕ ਕਨਸਟੀਪੇਸ਼ਨ, ਜਾਂ ਬਹੁਤ ਜਿਹੜੀ ਕ੍ਰੋਨਿਕ ਕਬਜ਼ ਹੈਗੀ ਆ, ਜਾਂ ਫਿਰ ਕ੍ਰੋਨਿਕ ਡਾਇਰੀਆ ਆ, ਜਾਂ ਜਿਨ੍ਹਾਂ ਨੂੰ ਦਸਤ ਹੀ ਲੱਗੇ ਰਹਿੰਦੇ ਆ ਉਹਨਾਂ ਦੇ ਵਿੱਚ ਜ਼ਿਆਦਾ ਹੁੰਦਾ ਆ, ਜਾਂ ਜਿਨ੍ਹਾਂ ਨੂੰ ਕਬਜ਼ ਬਹੁਤ ਰਹਿੰਦੀ ਆ ਉਹਨਾਂ ਨੂੰ ਇਹ ਹੁੰਦਾ ਹੈ, ਜਾਂ ਜੋ ਬਹੁਤ ਭਾਰੀ ਵਜ਼ਨ ਉਠਾਉਂਦੇ ਆ ਉਹਨਾਂ ਨੂੰ ਵੀ ਇਹ ਹੋ ਜਾਂਦਾ ਆ। ਤੇ ਕਈ ਵਾਰੀ ਇਹ ਪ੍ਰੈਗਨੈਂਸੀ ਦੇ ਵਿੱਚ ਵੀ ਹੋ ਜਾਂਦਾ ਹੈ, ਜਾਂ ਜਿਹੜੇ ਬਹੁਤ ਜਦੋਂ ਸਟੂਲ ਪਾਸ ਕਰਦੇ ਉਹਨਾਂ ਦੇ ਸਟੂਲ ਜਿਹੜੇ ਹੈਗੇ ਆ, ਲੈਟਰਿਨ ਹੈਗੀ ਆ ਬਹੁਤ ਸਖਤ ਹੁੰਦੀ ਆ ਔਰ ਉਹਨਾਂ ਨੂੰ ਬਹੁਤ ਜ਼ੋਰ ਲਗਾਉਣਾ ਪੈਂਦਾ ਹੈਗਾ ਆ ਔਰ ਜ਼ੋਰ ਦੇ ਨਾਲ ਵੀ ਉਹਨਾਂ ਨੂੰ ਇਸ ਤਰ੍ਹਾਂ ਦੇ ਬਵਾਸੀਰ ਦੀ ਸ਼ਿਕਾਇਤ ਹੋ ਜਾਂਦੀ ਹੈਗੀ ਆ। ਤੇ ਜਿਹੜੇ ਬਹੁਤ ਮੋਟਾਪੇ ਦੇ ਵਿੱਚ ਹੈਗੇ, ਜਿਨ੍ਹਾਂ ਦਾ ਸਰੀਰ ਬਹੁਤ ਭਾਰਾ ਹੈਗਾ ਆ, ਉਹਨਾਂ ਨੂੰ ਵੀ ਇਹ ਪ੍ਰੋਬਲਮ ਹੋ ਸਕਦੀ ਹੈਗੀ ਆ। ਜਾਂ ਜਿਹੜੇ ਟਾਇਲਟ ਸੀਟ ਦੇ ਉੱਤੇ ਬਹੁਤ ਦੇਰ ਬੈਠੇ ਰਹਿੰਦੇ ਆ, ਅਖਬਾਰਾਂ ਪੜ੍ਹਨ ਲੱਗ ਪੈਂਦੇ ਆ, ਕੋਈ ਰਸਾਲਾ ਪੜ੍ਹਨ ਲੱਗ ਪੈਂਦੇ ਆ, ਬਹੁਤ ਦੇਰ ਬੈਠੇ ਰਹਿੰਦੇ ਆ ਔਰ ਜ਼ੋਰ ਲਗਾਉਂਦੇ ਰਹਿੰਦੇ ਆ ਔਰ ਉਹਨਾਂ ਨੂੰ ਵੀ ਇਹ ਜਿਹੜੀ ਪ੍ਰੋਬਲਮ ਹੈਗੀ ਆ ਇਹ ਹੋ ਸਕਦੀ ਹੈਗੀ ਆ।
ਇਹ ਬੈਠਣ ਨਾਲ ਬਵਾਸੀਰ ਹੋ ਸਕਦੀ ਆ? ਹਾਂ, ਜਦੋਂ ਤੁਸੀਂ ਬੈਠੇ ਰਹਿੰਦੇ ਆ ਪ੍ਰੈਸ਼ਰ ਜਿਹੜਾ ਤੁਹਾਡੇ ਪੱਟਾਂ ਦੇ ਉੱਤੇ ਹੈਗਾ ਆ ਜਾਂ ਨੀਚੇ ਵਾਲੇ ਹਿੱਸੇ ਦੇ ਉੱਤੇ ਹੈਗਾ ਆ, ਉਹ ਸਾਰੇ ਹਿੱਸੇ ਨੂੰ ਸਪਰੈਡ ਹੋ ਜਾਂਦਾ ਹੈ। ਇਸ ਪ੍ਰੋਸੈਸ ਦੇ ਵਿੱਚ ਜਿਹੜੀਆਂ ਤੁਹਾਡੀਆਂ ਛੋਟੀਆਂ ਨਾੜਾਂ ਹੈਗੀਆਂ ਆ ਗੁਦਾ ਦੇ ਔਰ ਉਹਦੇ ਆਲੇ ਦੁਆਲੇ, ਉਹ ਸਟ੍ਰੈਚ ਹੋ ਜਾਂਦੀਆਂ ਤੇ ਉਹਨਾਂ ਦੀ ਜਿਹੜੀ ਇਲਾਸਟਿਸਿਟੀ ਆ ਉਹ ਖਤਮ ਹੋ ਜਾਂਦੀ ਹੈ। ਫਿਰ ਇਹ ਜਿਹੜੀ ਫਰੇਜ਼ਾਈਲ ਵੇਨਸ ਹੈਗੀਆਂ ਆ ਇਹ ਫੁੱਲ ਭਰ ਜਾਂਦੀਆਂ ਆ ਖੂਨ ਦੇ ਨਾਲ, ਤੇ ਇਹਨੂੰ ਅਸੀਂ ਬਵਾਸੀਰ ਕਹਿ ਦਿੰਦੇ ਆ। ਇਹ ਕਿਸ ਤਰ੍ਹਾਂ ਦੇਖਣ ਨੂੰ ਕਿਸ ਤਰ੍ਹਾਂ ਲੱਗਦੇ ਹੈਗੇ ਆ? ਇਹ ਜਿਹੜੀ ਬਵਾਸੀਰ ਦੀਆਂ ਨਾੜਾਂ ਹੈਗੀਆਂ ਇਹ ਛੋਟੀਆਂ ਹੁੰਦੀਆਂ, ਗੋਲ ਹੁੰਦੀਆਂ ਤੇ ਰੰਗ ਵੀ ਇਹਨਾਂ ਦਾ ਜਿਹੜਾ ਨੀਲਾ ਜਿਹਾ ਕਾਲਾ ਜਿਹਾ ਹੋ ਜਾਂਦਾ ਔਰ ਲੰਪਸ ਦੇ ਵਾਂਗੂ ਇਹ ਸਾਨੂੰ ਦਿਸਦੀਆਂ ਹੈਗੀਆਂ ਆ। ਤੇ ਤੁਸੀਂ ਇਹਨਾਂ ਨੂੰ ਜਦੋਂ ਮਹਿਸੂਸ ਕਰਦੇ ਆ ਤੇ ਇਹ ਬਾਹਰ ਵਾਲੇ ਗੁਦਾ ਤੋਂ ਬਾਹਰ ਲਮਕਣ ਵਾਲੀਆਂ ਨਾੜਾਂ ਦੀ ਤਰ੍ਹਾਂ, ਜਿਸ ਤਰ੍ਹਾਂ ਕੀੜੇ ਹੁੰਦੇ ਆ ਇਸ ਤਰ੍ਹਾਂ ਮਹਿਸੂਸ ਹੁੰਦੇ ਹੈਗੇ ਆ। ਤੁਹਾਡੇ ਜਿਹੜੇ ਗੁਦਾ ਦੀ ਕਨਾਲ ਹੈਗੀ ਆ ਉਹ ਛੋਟੀ ਹੁੰਦੀ ਆ, ਉਹ ਇੱਕ ਮਸਕੂਲਰ ਟਿਊਬ ਹੈਗੀ ਆ, ਉਹਦੇ ਵਿੱਚ ਬਲੱਡ ਵੈਸਲਸ ਹੁੰਦੀਆਂ ਆ, ਨਾੜਾਂ ਹੁੰਦੀਆਂ ਖੂਨ ਦੀਆਂ, ਤੇ ਉਹ ਉੱਪਰਲੇ ਹਿੱਸੇ ਨੂੰ ਕਨੈਕਟ ਕਰਦੀ ਹੈਗੀ ਆ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ ਕਿ ਸਾਡੀ ਵੱਡੀ ਆਂਤ ਹੈਗੀ ਆ, ਇਹ ਸ਼ਕਲ ਹੈ ਵੱਡੀ ਆਂਤ ਦੀ। ਇਹ ਸਾਡੀ ਅਸੈਂਡਿੰਗ ਕੋਲਨ ਹੈ, ਇਹ ਟਰਾਂਸਵਰਸ ਕੋਲਨ ਹੈ, ਇਹ ਡਿਸੈਂਡਿੰਗ ਕੋਲਨ ਹੈ, ਤੇ ਇਹ ਸਾਡੀ ਰੈਕਟਮ ਹੈਗੀ ਆ, ਔਰ ਇਹ ਨੀਚੇ ਸਾਡੀ ਗੁਦਾ ਹੈ। ਔਰ ਇਸ ਹਿੱਸੇ ਨੂੰ ਅਗਰ ਅਸੀਂ ਖੋਲ ਕੇ ਦੇਖੀਏ ਤਾਂ ਇਹਨੂੰ ਸੈਕਸ਼ਨ ਦੇ ਵਿੱਚ ਦੇਖੀਏ ਤਾਂ ਇਸ ਤਰ੍ਹਾਂ ਦੀ ਹੁੰਦੀ ਹੈਗੀ ਆ। ਇਹ ਨੀਚੇ ਦਾ ਹਿੱਸਾ ਏਨਸ ਵਾਲਾ ਹੈਗਾ ਆ, ਜਿਹਨੂੰ ਗੁਦਾ ਕਹਿੰਦੇ ਹੈਗੇ ਆ। ਇਹ ਸਾਡੀ ਰੈਕਟਮ ਹੈਗੀ ਆ, ਔਰ ਇਸ ਦੇ ਵਿੱਚ ਜਿਹੜੀ ਹੈਗਾ ਆ ਇਹਨੂੰ ਫਸਟ ਡਿਗਰੀ, ਕਿਉਂਕਿ ਇਨਸਾਈਡ ਹੈਗਾ, ਨਾੜਾਂ ਜਿਹੜੀਆਂ ਇਹਦੇ ਵਿੱਚ ਫੁੱਲ ਗਈਆਂ ਆ, ਇਹਨਾਂ ਨੂੰ ਅਸੀਂ ਪਾਈਲਸ ਕਹਿੰਦੇ ਆ ਜਾਂ ਬਵਾਸੀਰ ਕਹਿੰਦੇ ਆ। ਇਹ ਹਾਲੇ ਬਾਹਰ ਨਹੀਂ ਨਿਕਲੀ, ਇਹ ਅੰਦਰ ਹੀ ਅੰਦਰ ਹੈਗੀ ਆ, ਔਰ ਇਹਨੂੰ ਅਸੀਂ ਫਸਟ ਡਿਗਰੀ, ਪਹਿਲੀ ਡਿਗਰੀ ਦਾ ਬਵਾਸੀਰ ਕਹਿੰਦੇ ਹੈਗੇ ਆ। ਇਹਦੇ ਸਾਈਨਸ ਐਂਡ ਸਿੰਪਟਮਸ ਕੀ ਹੁੰਦੇ ਹੈਗੇ ਆ, ਕਿਸ ਤਰ੍ਹਾਂ ਦੇ ਇਹ ਪ੍ਰੈਜ਼ੈਂਟ ਕਰਦੀ ਹੈਗੀ ਆ? ਇਹ ਜਿਸ ਤਰ੍ਹਾਂ ਦਾ ਟਾਈਪ ਹੈਗਾ ਉਹਦੇ ਮੁਤਾਬਕ ਇਹਨੇ ਆਪਣੇ ਸਿੰਪਟਮਸ ਜਿਹੜੇ ਆ ਦੇਣੇ ਹੈਗੇ ਆ, ਅਲਾਮਤਾਂ ਦੇਣੀਆਂ ਹੈਗੀਆਂ ਆ। ਇੱਕ ਹੁੰਦੇ ਐਕਸਟਰਨਲ ਹੈਮਰੇਡਸ। ਐਕਸਟਰਨਲ ਹੈਮਰੇਡ ਉਹ ਆ, ਐਕਸਟਰਨਲ ਪਾਈਲਸ ਦੇ ਨੂੰ ਐਕਸਟਰਨਲ ਬਾਹਰੀ ਬਵਾਸੀਰ ਜਿਹੜੀ ਆ ਉਹ ਇਸ ਤਰ੍ਹਾਂ ਹੈਗੀ ਆ ਕਿ ਜਿਹੜੀ ਗੁਦਾ ਦੀ ਚਮੜੀ ਹੈਗੀ ਆ ਉਹਦੇ ਵਿੱਚੋਂ ਹੀ ਨਿਕਲ ਜਾਂਦੇ ਆ, ਔਰ ਉਹਦੀ ਜਿਸ ਤਰ੍ਹਾਂ ਸਾਡੇ ਲੱਤਾਂ ਦੀਆਂ ਨਾੜਾਂ ਦੀ ਚਮੜੀ ਦੇ ਅੰਦਰ ਨਾੜਾਂ ਫੁੱਲ ਜਾਂਦੀਆਂ ਆ, ਇਸੇ ਤਰ੍ਹਾਂ ਗੁਦਾ ਦੀ ਜਿਹੜੀ ਚਮੜੀ ਹੈਗੀ ਆ ਉਹਦੇ ਬਾਹਰ ਵੀ ਇਸ ਤਰ੍ਹਾਂ ਨਾੜਾਂ ਫੁੱਲ ਜਾਂਦੀਆਂ, ਤੇ ਉਹ ਸਾਨੂੰ ਕਈ ਤਰ੍ਹਾਂ ਦੀਆਂ ਅਲਾਮਤਾਂ ਦਿੰਦੀਆਂ ਹੈ। ਉਹਦੇ ਨਾਲ ਕੀ ਹੋ ਜਾਂਦੀ? ਇਚਿੰਗ ਹੋ ਜਾਂਦੀ, ਇਰੀਟੇਸ਼ਨ ਹੋ ਜਾਂਦੀ ਆ, ਉਹਦੇ 'ਚ ਖਰਾਸ਼ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ ਉਸ ਗੁਦਾ ਦੇ ਰੀਜਨ ਦੇ ਵਿੱਚ, ਜਾਂ ਫਿਰ ਦਰਦ ਜਾਂ ਡਿਸਕੰਫਰਟ ਹੋਣੀ ਸ਼ੁਰੂ ਹੋ ਜਾਂਦੀ ਆ। ਤੇ ਜਦੋਂ ਜਿਹੜੀਆਂ ਨਾੜਾਂ ਹੈਗੀਆਂ ਫੁੱਲ ਜਾਂਦੀਆਂ ਫਿਰ ਉਹ ਸਵੈਲਿੰਗ ਦੇਣੀਆਂ ਸ਼ੁਰੂ ਕਰ ਦਿੰਦੀਆਂ, ਤੇ ਕਈ ਵਾਰੀ ਜਦੋਂ ਉਹਨਾਂ ਦੇ ਵਿੱਚ ਜ਼ਖਮ ਹੋ ਜਾਣ ਤੇ ਉਹ ਬਲੀਡ ਵੀ ਕਰਨ ਲੱਗ ਪੈਂਦੀਆਂ, ਉਹਨਾਂ ਦੇ ਵਿੱਚ ਮਤਲਬ ਖੂਨ ਵਹਿਣਾ ਵੀ ਸ਼ੁਰੂ ਹੋ ਜਾਂਦਾ ਹੈਗਾ ਆ। ਜਿਹੜੇ ਇੰਟਰਨਲ ਹੈਮਰੋਇਡਸ ਆ, ਜਿਸ ਤਰ੍ਹਾਂ ਦੀ ਮੈਂ ਤੁਹਾਨੂੰ ਸ਼ਕਲ ਦਿਖਾਈ ਹੈਗੀ ਆ, ਉਹ ਇੰਟਰਨਲ ਹੈਮਰੋਇਡਸ ਹੈਗੇ ਆ। ਉਹਨਾਂ ਦੇ ਵਿੱਚ ਕਿਉਂਕਿ ਉਹ ਸ਼ੁਰੂ ਜਿਹੜੇ ਹੁੰਦੇ ਆ ਉਹ ਗੁਦਾ ਤੋਂ ਉੱਪਰ ਹੁੰਦੇ ਆ, ਔਰ ਉਹਨਾਂ ਦੇ ਰੈਕਟਮ ਦੇ ਵਿੱਚ ਇਸ ਤਰ੍ਹਾਂ, ਜਿਸ ਤਰ੍ਹਾਂ ਮੈਂ ਤੁਹਾਨੂੰ ਇਸ ਸ਼ਕਲ ਦੇ ਵਿੱਚ ਪਹਿਲਾਂ ਦਿਖਾ ਚੁੱਕਾ ਆ ਕਿ ਉਹ ਗੁਦਾ ਉੱਪਰ ਵਾਲੇ ਹਿੱਸੇ ਦੇ ਵਿੱਚੋਂ ਸ਼ੁਰੂ ਹੋ ਕੇ ਥੱਲੇ ਨਿਕਲ ਆਉਂਦੇ ਹੈਗੇ ਆ, ਔਰ ਇਹਨਾਂ ਨੂੰ ਅਸੀਂ ਇੰਟਰਨਲ ਪਾਈਲਸ ਕਹਿੰਦੇ ਹੈਗੇ ਆ। ਔਰ ਇਹ ਇੰਟਰਨਲ ਪਾਈਲਸ ਦੀ ਜਿਹੜੀ ਸਿੰਪਟਮਸ ਹੈਗੇ ਆ, ਅਲਾਮਤਾਂ ਹੈਗੀਆਂ ਆ, ਇਹਨਾਂ ਨੂੰ ਤੁਸੀਂ ਬਾਹਰੋਂ ਨਹੀਂ ਦੇਖ ਸਕਦੇ। ਤੇ ਇਹ ਤਾਂ ਜਦੋਂ ਡਾਕਟਰ ਕੋਈ ਆਲਾ ਪਾ ਕੇ ਅੰਦਰ ਦੇਖਦੇ ਆ ਤੇ ਉਹਨਾਂ ਨੂੰ ਉਸ ਵੇਲੇ ਪਤਾ ਲੱਗਦਾ ਆ ਕਿ ਇਹਦੇ ਵਿੱਚ ਬਵਾਸੀਰ ਦੀ ਬਿਮਾਰੀ ਹੈਗੀ ਆ। ਪਰ ਜਦੋਂ ਇਹਨਾਂ ਦੇ ਵਿੱਚ ਤੁਸੀਂ ਜ਼ੋਰ ਲਗਾਉਂਦੇ ਹੈਗੇ ਆ ਤੇ ਫਿਰ ਇਰੀਟੇਸ਼ਨ ਹੋ ਜਾਂਦੀ ਆ, ਤੇ ਜਿਹੜੇ
ਸਟੂਲ ਜਦੋਂ ਤੁਸੀਂ ਪਾਸ ਕਰਦੇ ਆ ਤਾਂ ਉਦੋਂ ਇਹਨਾਂ ਦੇ ਵਿੱਚ ਤਕਲੀਫ ਹੁੰਦੀ ਹੈਗੀ ਆ। ਇਹ ਆਮ ਤੌਰ ਤੇ ਪੇਨਲੈਸ ਹੁੰਦੇ, ਇਹਨਾਂ ਦੇ ਵਿੱਚ ਕੋਈ ਦਰਦ ਨਹੀਂ ਹੁੰਦਾ ਜਦੋਂ ਤੁਸੀਂ ਲੈਟਰਿਨ ਕਰਦੇ ਆ। ਤੇ ਤੁਸੀਂ ਇਹ ਨੋਟ ਕਰਦੇ ਹੈਗੇ ਆ ਕਿ ਇਹ ਕਈ ਵਾਰੀ ਟਾਇਲਟ ਸੀਟ ਦੇ ਉੱਤੇ ਜਾਂ ਟਾਇਲਟ ਟਿਸ਼ੂ ਪੇਪਰ ਦੇ ਉੱਤੇ ਜਾਂ ਕਈ ਵਾਰੀ ਟਾਇਲਟ ਦੇ ਨਾਲ ਵੀ ਤੁਹਾਨੂੰ ਬਲੱਡ ਦਿਸਦਾ ਹੈਗਾ ਆ ਇਸ ਤਰ੍ਹਾਂ ਦੇ। ਤੇ ਫਿਰ ਤੁਹਾਨੂੰ ਸ਼ੱਕ ਪੈਂਦਾ ਆ ਕਿ ਕਿਤੇ ਮੇਰੇ ਬਵਾਸੀਰ ਤਾਂ ਨਹੀਂ ਹੈ। ਤੇ ਇਹ ਜਿਹੜਾ ਬਵਾਸੀਰ ਦੇ ਮੌਕੇ, ਇਹਨੂੰ ਮੌਕੇ ਕਹਿ ਦਿੰਦੇ ਆ, ਇਹ ਜਦੋਂ ਬਾਹਰ ਨਿਕਲੇ ਆਉਂਦੇ ਆ ਤਾਂ ਇਹਨਾਂ ਨੂੰ ਅਸੀਂ ਪ੍ਰੋਲੈਪਸਡ ਜਾਂ ਪ੍ਰੋਟਰੂਡਿੰਗ ਪਾਈਲਸ ਜਾਂ ਹੈਮਰੋਇਡ ਕਹਿੰਦੇ ਹੈਗੇ ਆ, ਜਿਹੜਾ ਕਿ ਖਾਰਿਸ਼ ਵੀ ਕਰ ਸਕਦਾ, ਇਰੀਟੇਸ਼ਨ ਵੀ ਕਰ ਸਕਦਾ ਔਰ ਉਹਦੇ ਵਿੱਚ ਦਰਦ ਵੀ ਹੋ ਸਕਦਾ ਹੈਗਾ ਆ। ਇਹ ਇੰਟਰਨਲ ਪਾਈਲਸ ਦੀ ਗੱਲ ਹੈਗੀ ਆ। ਫਿਰ ਇਹ ਥ੍ਰੋਮਬੋਜ਼ਡ ਹੈਮਰੋਇਡਸ ਹੈਗੇ ਆ। ਤੇ ਜੇ ਇਹਦੇ ਵਿੱਚ ਬਲੱਡ ਜਿਹੜਾ ਐਕਸਟਰਨਲ ਹੈਮਰੋਇਡਸ ਹੈਗੇ ਆ, ਜੇ ਉਹਨਾਂ ਦੇ ਵਿੱਚ ਬਲੱਡ ਜਿਹੜਾ ਕਲੌਟ ਕਰ ਗਿਆ ਹੈਗਾ, ਜੰਮ ਗਿਆ ਹੈਗਾ ਆ, ਤਾਂ ਉਹਦੇ ਵਿੱਚ ਵੀ ਸਵੀਅਰ ਪੇਨ ਹੋ ਸਕਦਾ, ਉਹ ਫੁੱਲ ਵੀ ਸਕਦੇ ਆ, ਉਹਨਾਂ ਦੇ ਵਿੱਚ ਸੋਜ ਵੀ ਹੋ ਸਕਦੀ ਆ। ਤੇ ਜਦੋਂ ਸੁੱਕ ਟਾਈਪ ਜਾਂਦੇ ਆ ਤਾਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਇੱਕ ਲੰਪ ਜਿਹਾ ਬਣ ਗਿਆ ਆ ਔਰ ਉਹ ਇਸ ਤਰ੍ਹਾਂ ਫੀਲ ਹੁੰਦਾ ਹੈਗਾ ਆ। ਇਹ ਸਾਰੇ ਸਿੰਪਟਮਸ ਇਹਨਾਂ ਸਾਰੇ ਮੌਕਿਆਂ ਦੇ ਹੁੰਦੇ ਹੈਗੇ ਆ। ਇਹਦੀਆਂ ਕੰਪਲਿਕੇਸ਼ਨਸ ਕੀ ਹੈਗੀਆਂ, ਕੀ ਅਲਾਮਤਾਂ ਦੀਆਂ ਕੀ ਕੰਪਲਿਕੇਸ਼ਨਸ ਹੈਗੀਆਂ ਆ? ਉਹਦੇ ਵਿੱਚ ਅਨੀਮੀਆ ਹੈਗਾ, ਖੂਨ, ਕਿਉਂਕਿ ਜਦੋਂ ਤੁਹਾਡੇ ਬਵਾਸੀਰ ਖੂਨ ਕਾਫੀ ਦੇਰ ਬਹਿੰਦਾ ਆ ਤਾਂ ਉਹਦੇ ਨਾਲ ਤੁਹਾਡਾ ਖੂਨ ਜਿਹੜਾ ਬਾਡੀ ਦਾ ਆ ਉਹ ਘਟ ਜਾਂਦਾ ਹੈਗਾ ਔਰ ਉਹਦੇ ਕਰਕੇ ਤੁਹਾਡਾ ਜਿਹੜਾ ਅਨੀਮੀਆ ਹੋ ਜਾਂਦਾ ਹੈਗਾ। ਤੇ ਤੁਸੀਂ ਕਈ ਵਾਰੀ ਇਹ ਜਿਹੜੇ ਮੌਕੇ ਹੈਗੇ ਆ ਉਹ ਬਾਹਰ ਲਮਕਦੇ ਆ, ਗੁਦਾ ਤੋਂ ਬਾਹਰ ਲਮਕਦੇ ਆ ਤੇ ਉਹ ਸਟ੍ਰੈਂਗੂਲੇਟ ਹੋ ਜਾਂਦੇ ਆ, ਉਹ ਕੱਸੇ ਜਾਂਦੇ ਹੈਗੇ ਆ। ਤੇ ਉਹਨਾਂ ਦੇ ਵਿੱਚ ਜਿਹੜੀ ਬਲੱਡ ਸਪਲਾਈ ਹੈਗੀ ਆ ਹੈਮਰੋਇਡ ਦੀ ਕੱਟ ਆਫ ਹੋ ਜਾਂਦੀ ਆ ਤੇ ਉਹ ਬਹੁਤ ਸਾਰਾ ਪੇਨ ਉਸ ਵੇਲੇ ਮਹਿਸੂਸ ਕਰਦੇ ਹੈਗੇ ਆ। ਕਈ ਵਾਰੀ ਬਲੱਡ ਜੰਮ ਜਾਂਦਾ ਆ ਉਹਦੇ ਵਿੱਚ ਤੇ ਉਹ ਕਲੌਟ ਜਿਹੜਾ ਹੈਗਾ ਆ ਉਹਨਾਂ ਨੂੰ ਅਸੀਂ ਥ੍ਰੋਮਬੋਜ਼ਡ ਹੈਮਰੋਇਡ ਕਹਿੰਦੇ ਆ। ਇਹ ਭਾਵੇਂ ਕੋਈ ਇੰਨਾ ਡੇਂਜਰਸ ਨਹੀਂ ਹੈ ਪਰ ਇਹਦਾ ਦਰਦ ਬਹੁਤ ਜ਼ਿਆਦਾ ਹੁੰਦਾ ਹੈਗਾ ਆ। ਤੇ ਇਹਨੂੰ ਅਸੀਂ ਮਤਲਬ ਲੈਂਸਟ ਕਰਕੇ ਜਾਂ ਇਹਦੇ ਵਿੱਚ ਸੁਰਾਖ ਕਰਕੇ ਇਹ ਜਿਹੜਾ ਬਲੱਡ ਹੈਗਾ ਆ ਇਹਦੇ ਵਿੱਚੋਂ ਕੱਢ ਦਿੰਦੇ ਆ ਤੇ ਥੋੜਾ ਦਰਦ ਨੂੰ ਆਰਾਮ ਆ ਜਾਂਦਾ ਹੈਗਾ ਆ। ਕਿਹੜੇ ਕਿਹੜੇ ਭੋਜਨ ਹੈਗੇ ਆ ਜਿਹੜੇ ਪਾਈਲਸ ਨੂੰ ਜਨਮ ਦਿੰਦੇ ਹੈਗੇ ਆ? ਜਦੋਂ ਅਸੀਂ ਬਹੁਤ ਘੱਟ ਫਾਈਬਰ ਖਾਂਦੇ ਆ, ਫਾਈਬਰ ਦਾ ਮਤਲਬ ਸੈਲੂਲੋਜ਼ ਹੈਗਾ ਆ, ਜਿੰਨੀਆਂ ਵੀ ਸਬਜ਼ੀਆਂ ਵਗੈਰਾ ਹੈ, ਫਰੂਟਸ ਵਗੈਰਾ ਹੈਗੇ ਆ, ਜੇ ਉਹ ਅਸੀਂ ਨਹੀਂ ਖਾਂਦੇ ਤਾਂ ਉਹਦੇ ਨਾਲ ਕੀ ਹੁੰਦਾ, ਘੱਟ ਫਾਈਬਰ ਹੁੰਦੀ ਆ ਤੇ ਨਾਲ ਫਿਰ ਸਾਨੂੰ ਕਨਸਟੀਪੇਸ਼ਨ ਹੋ ਜਾਂਦੀ ਆ, ਸਾਨੂੰ ਕਬਜ਼ ਹੋ ਜਾਂਦੀ ਹੈਗੀ ਆ। ਤੇ ਫਿਰ ਜੇ ਕਬਜ਼ ਰਹੇ ਤਾਂ ਫਿਰ ਜਿਸ ਤਰ੍ਹਾਂ ਮੈਂ ਤੁਹਾਨੂੰ ਕਾਰਨ ਦੇ ਵਿੱਚ ਦੱਸਿਆ ਕਿ ਬਵਾਸੀਰ ਦਾ ਕਾਰਨ ਇਹ ਆ ਕਿ ਉਹ ਸਾਡੀ ਕਬਜ਼ ਜਿਹੜੀ ਆ ਕਰੋਨਿਕ ਹੁੰਦੀ ਆ, ਉਹ ਸਾਨੂੰ ਪਾਈਲਸ ਕਰਦੀ ਹੈਗੀ ਆ, ਉਹ ਵੱਧ ਜਾਂਦੀ ਹੈਗੀ ਆ। ਤੇ ਇਹਦੇ ਨਾਲ ਕੀ ਹੈ ਕਿ ਅਸੀਂ ਅਗਰ ਜ਼ਿਆਦਾ ਨਸ਼ਾਸਤੇ ਵਾਲੀਆਂ ਚੀਜ਼ਾਂ ਜ਼ਿਆਦਾ ਖਾਂਦੇ ਆ, ਜਿੱਦਾਂ ਵਾਈਟ ਬ੍ਰੈਡ ਹੈਗੀ ਆ, ਬੇਜ਼ਲਸ ਹੈਗੇ ਆ, ਜਾਂ ਫਿਰ ਮਿਲਕ ਚੀਜ਼ ਤੇ ਡੇਅਰੀ ਪ੍ਰੋਡਕਟ ਹੈਗੇ ਆ, ਇਹ ਅਸੀਂ ਜ਼ਿਆਦਾ ਲੈਂਦੇ ਹੈਗੇ ਆ, ਮੀਟ ਦਾ ਇਸਤੇਮਾਲ ਜ਼ਿਆਦਾ ਕਰਦੇ ਹੈਗੇ ਆ, ਜਾਂ ਪ੍ਰੋਸੈਸਡ ਫੂਡ ਜਿਹੜੇ ਆ, ਫਰੋਜ਼ਨ ਮੀਲਸ ਹੈਗੇ ਆ ਜਾਂ ਫਾਸਟ ਫੂਡ ਆ, ਇਹਨਾਂ ਦਾ ਜੇ ਇਸਤੇਮਾਲ ਅਸੀਂ ਜ਼ਿਆਦਾ ਕਰਦੇ ਆ ਤਾਂ ਬਵਾਸੀਰ ਦੇ ਚਾਂਸ ਹੋਣ ਸਾਨੂੰ ਬਹੁਤ ਜ਼ਿਆਦਾ ਹੁੰਦੇ ਹੈਗੇ ਆ। ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਸਾਡੀ ਜਿਹੜੀ ਲੈਟਰੀਨ ਹੈਗੀ ਆ ਉਹਦਾ ਬਲਕ ਨਹੀਂ ਬਣਦਾ, ਬਹੁਤੀ ਜ਼ਿਆਦਾ ਲੈਟਰੀਨ ਨਹੀਂ ਹੁੰਦੀ ਔਰ ਉਹ ਫਿਰ ਸਾਨੂੰ ਕਨਸਟੀਪੇਸ਼ਨ ਦਾ, ਕਬਜ਼ੀ ਦਾ ਕਾਰਨ ਬਣਦੀ ਹੈਗੀ ਆ। ਔਰ ਜਦੋਂ ਵੀ ਅਸੀਂ ਕਬਜ਼ ਦੇ ਵਿੱਚ ਸ਼ਿਕਾਰ ਹੋਈਏ ਤਾਂ ਉਸ ਵੇਲੇ ਸਾਨੂੰ ਬਵਾਸੀਰ ਹੋਣੀ ਲਾਜ਼ਮੀ ਹੈਗੀ ਆ, ਕਿਉਂਕਿ ਫਿਰ ਜ਼ੋਰ ਲੱਗੇਗਾ, ਬਹੁਤੀ ਲੈਟਰੀਨ ਹੋਏਗੀ ਨਹੀਂ ਔਰ ਜਦੋਂ ਥੋੜੀ ਬਹੁਤ ਵੀ ਲੈਟਰੀਨ ਆਏਗੀ ਤਾਂ ਅਸੀਂ ਸਟ੍ਰੇਨ ਕਰਕੇ ਜੂਝ ਕੇ ਉਹਨੂੰ ਕੱਢਣਾ ਪੈਂਦਾ ਹੈਗਾ ਆ। ਉਹਦੇ ਨਾਲ ਕਈ ਵਾਰੀ ਮਤਲਬ ਉਹ ਸੁੱਕ ਜਾਂਦੀ ਆ, ਉਹ ਹਾਰਡ ਹੋ ਜਾਂਦੀ ਆ ਲੈਟਰੀਨ, ਕਈ ਵਾਰੀ ਗੋਲੇ ਬਣ ਜਾਂਦੇ ਆ ਲੈਟਰੀਨ ਦੇ। ਸੋ ਇਹਨਾਂ ਸਾਰੀਆਂ ਕਾਰਨਾਂ ਕਰਕੇ, ਕਬਜ਼ ਦੇ ਕਾਰਨ ਉਹ ਜਿਹੜੀ ਸਟ੍ਰੇਨਿੰਗ ਹੈਗੀ ਆ, ਸਾਡੀਆਂ ਨਾੜਾਂ ਜਿਹੜੀਆਂ ਗੁਦਾ ਦੇ ਵਿੱਚ ਹੈਗੀਆਂ ਉਹ ਫੁੱਲ ਜਾਂਦੀਆਂ ਆ ਤੇ ਉਹਦੇ ਨਾਲ ਫਿਰ ਸਾਨੂੰ ਇਹ ਤਕਲੀਫ ਜਿਹੜੀ ਬਵਾਸੀਰ ਦੀ ਆ ਇਹ ਝੱਲਣੀ ਪੈਂਦੀ ਆ। ਕਿਹੜੇ ਕਿਹੜੇ ਫੂਡ ਆ ਜਿਹੜੇ ਸਾਨੂੰ ਅਵੋਇਡ ਕਰਨੇ ਚਾਹੀਦੇ ਆ, ਜਿਨ੍ਹਾਂ ਤੋਂ ਬਚਣਾ ਚਾਹੀਦਾ ਹੈ? ਜਿਹੜੀ ਲੋ ਫਾਈਬਰ ਮੈਂ ਇਸ ਤਰ੍ਹਾਂ ਦੱਸੀ ਹੈਗੀ ਆ,
ਇਹ ਸਪਾਈਸੀ ਫੂਡ ਜਿਹੜੇ ਹੈਗੇ ਆ, ਜ਼ਿਆਦਾ ਮਸਾਲੇ ਵਾਲੀਆਂ ਚੀਜ਼ਾਂ ਹੈਗੀਆਂ ਆ, ਉਹ ਜ਼ਿਆਦਾ ਜਿਹੜੀਆਂ ਆ ਸਾਨੂੰ ਪੇਨ ਦਿੰਦੀਆਂ ਆ, ਡਿਸਕੰਫਰਟ ਦਿੰਦੀਆਂ ਆ ਇਹਨਾਂ ਦੇ ਨਾਲ। ਤੇ ਲੋ ਫਾਈਬਰ ਫੂਡ ਜਿਹੜੇ ਸਾਨੂੰ ਅਵੋਇਡ ਕਰਨੇ ਚਾਹੀਦੇ ਆ, ਜਿੱਦਾਂ ਡੇਅਰੀ ਪ੍ਰੋਡਕਟਸ ਹੈ ਬਹੁਤ ਸਾਰੇ ਨਹੀਂ ਲੈਣੇ ਚਾਹੀਦੇ। ਜੇ ਅਸੀਂ ਲੈਣੇ ਆ ਤਾਂ ਉਹਦੇ ਨਾਲ ਸਬਜ਼ੀਆਂ ਵਗੈਰਾ ਜਾਂ ਫਰੂਟਸ ਵਗੈਰਾ ਜ਼ਰੂਰ ਲੈਣੇ ਚਾਹੀਦੇ, ਸਲਾਦ ਵਗੈਰਾ ਜ਼ਿਆਦਾ ਲੈਣਾ ਚਾਹੀਦਾ ਹੈਗਾ ਆ। ਤੇ ਇਹ ਵਾਈਟ ਫਲਾਵਰ ਹੈਗਾ, ਜਿਹੜਾ ਰਿਫਾਈਨਡ ਆਟਾ ਹੈਗਾ ਆ, ਉਹ ਵੀ ਸਾਨੂੰ ਅਵੋਇਡ ਕਰਨਾ ਚਾਹੀਦਾ। ਰੈੱਡ ਮੀਟ ਅਵੋਇਡ ਕਰਨਾ ਚਾਹੀਦਾ। ਪ੍ਰੋਸੈਸਡ ਮੀਟਸ ਜਿੰਨੇ ਵੀ ਹੈਗੇ ਆ ਉਹ ਸਾਰੇ ਅਵੋਇਡ ਕਰਨੇ ਚਾਹੀਦੇ ਆ। ਫਰਾਈਡ ਫੂਡ ਜਿੰਨੇ ਵੀ ਮਤਲਬ ਜ਼ਿਆਦਾ ਫਰਾਈ ਫੂਡ ਕੀਤੇ ਹੋਏ ਹੈਗੇ ਆ, ਤਲੇ ਹੋਏ ਜਿੰਨੇ ਵੀ ਫੂਡ ਹੈਗੇ ਆ, ਔਰ ਸਾਲਟੀ ਫੂਡ ਜਿੰਨੇ ਹੈਗੇ ਆ, ਇਹ ਸਾਰੇ ਦੇ ਸਾਰੇ ਸਾਨੂੰ ਅਵੋਇਡ ਕਰਨੇ ਚਾਹੀਦੇ ਆ ਜੇ ਅਸੀਂ ਆਪਣੇ ਬਵਾਸੀਰ ਤੋਂ ਬਚਣਾ ਹੈਗਾ ਆ। ਇਹ ਪਾਈਲਸ ਜਿਹੜੇ ਕਿੰਨੀ ਲਾਸਟ ਕਰ ਸਕਦੇ ਆ, ਇਹਦਾ ਕੋਈ ਸੈੱਟ ਡਿਊਰੇਸ਼ਨ ਨਹੀਂ ਹੈ। ਜਿਹੜੇ ਛੋਟੇ ਪਾਈਲਸ ਦੇ ਮੌਕੇ ਹੈਗੇ ਆ, ਉਹ ਕੋਈ ਵੀ ਟ੍ਰੀਟਮੈਂਟ ਤੋਂ ਬਿਨਾ ਅਗਰ ਤੁਹਾਡੀ ਕਬਜ਼ੀ ਠੀਕ ਹੋ ਜਾਂਦੀ ਆ ਤਾਂ ਕੁਝ ਦਿਨਾਂ ਦੇ ਵਿੱਚ ਠੀਕ ਹੋ ਜਾਂਦੇ ਹੈਗੇ ਆ। ਵੱਡੇ ਪਾਈਲਸ ਜਿਹੜੇ ਹੈਗੇ ਆ ਜਾਂ ਐਕਸਟਰਨਲ ਪਾਈਲਸ ਹੈਗੇ ਆ, ਇਹ ਜ਼ਿਆਦਾ ਟਾਈਮ ਵੀ ਲੈ ਸਕਦੇ ਆ ਤੇ ਇਹਨਾਂ ਨਾਲ ਤਕਲੀਫ ਵੀ ਜ਼ਿਆਦਾ ਹੁੰਦੀ ਆ ਔਰ ਦਰਦ ਵੀ ਜ਼ਿਆਦਾ ਹੁੰਦਾ ਹੈਗਾ। ਤੇ ਅਗਰ ਥੋੜੇ ਦਿਨਾਂ ਦੇ ਵਿੱਚ ਇਹ ਬਵਾਸੀਰ ਦੀ ਸਮੱਸਿਆ ਹੱਲ ਨਹੀਂ ਹੁੰਦੀ ਤਾਂ ਫਿਰ ਤੁਹਾਨੂੰ ਕਿਸੇ ਡਾਕਟਰ ਨੂੰ ਕੰਸਲਟ ਕਰ ਲੈਣਾ ਜ਼ਰੂਰੀ ਹੈਗਾ ਆ। ਕੀ ਜਿਹੜੇ ਬਵਾਸੀਰ ਦੇ ਮੌਕੇ ਆ ਇਹ ਫੁੱਟ ਵੀ ਸਕਦੇ ਆ? ਹਾਂ, ਜਿਹੜੇ ਐਕਸਟਰਨਲ ਪਾਈਲਸ ਔਰ ਇੰਟਰਨਲ ਪਾਈਲਸ ਹੈਗੇ ਆ, ਇਹ ਜ਼ਿਆਦਾਤਰ ਕਲੌਟ ਬਣ ਜਾਂਦੀ ਹੈ, ਇਹਦੇ ਵਿੱਚ ਖੂਨ ਜੰਮ ਜਾਂਦਾ ਹੈਗਾ ਆ। ਇਹਦਾ ਮਤਲਬ ਇਹ ਆ ਕਿ ਜਿਹੜਾ ਬਲੱਡ ਅੰਦਰ ਵੇਨ ਦੇ ਵਿੱਚ ਜੰਮ ਜਾਂਦਾ ਹੈਗਾ ਆ, ਉਹ ਡੇਂਜਰਸ ਤਾਂ ਨਹੀਂ ਹੁੰਦਾ, ਪਰ ਉਹਦੇ ਨਾਲ ਬਹੁਤ ਸਵੀਅਰ ਪੇਨ ਤੇ ਸੋਜਸ਼ ਹੋ ਜਾਂਦੀ ਹੈ। ਤੇ ਅਗਰ ਇਹ ਜਿਹੜਾ ਬਲੱਡ ਹੈਗਾ ਬਹੁਤ ਜ਼ਿਆਦਾ ਭਰ ਜਾਏ ਤਾਂ ਇਹ ਹੈਮੋਰਾਇਡ ਫਟ ਵੀ ਜਾਂਦਾ ਹੈਗਾ ਆ। ਕੀ ਜਿਹੜਾ ਜ਼ਿਆਦਾ ਸਟ੍ਰੈਸ ਹੈਗਾ ਆ, ਤਣਾਅ ਹੈਗਾ ਆ, ਉਹ ਇਸ ਬਵਾਸੀਰ ਨੂੰ ਜਨਮ ਦੇ ਸਕਦਾ? ਇਹਦੇ ਵਿੱਚ ਕੀ ਆ, ਸਟ੍ਰੈਸ ਜਿਹੜਾ ਹੈਗਾ ਆ, ਜਿੰਨਾ ਵੀ ਤਣਾਅ ਤੁਹਾਡੇ ਸਰੀਰ ਦੇ ਵਿੱਚ ਹੋਏਗਾ, ਦਿਮਾਗ ਦੇ ਵਿੱਚ ਹੋਏਗਾ, ਉਹ ਸਾਡੇ ਜਿਹੜੇ ਡਾਈਜੈਸਟਿਵ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਜ਼ਿਆਦਾ ਵਧਾਵੇਗਾ ਔਰ ਸਟ੍ਰੇਨ ਕਰਨਾ ਪਏਗਾ, ਜ਼ਿਆਦਾ ਸਾਨੂੰ ਜ਼ੋਰ ਲਗਾਉਣਾ ਪਏਗਾ ਕੰਸਟੀਪੇਸ਼ਨ ਤੇ ਡਾਇਰੀਆ ਕਰਕੇ। ਤੇ ਇਹ ਹੈਮਰੋਇਡ ਜਿਹੜੇ ਆ ਫਲੇਅਰ ਅਪ ਹੋ ਜਾਂਦੇ ਹੈਗੇ ਆ। ਹੈਮਰੋਇਡ ਜਿਹਨੂੰ ਅਸੀਂ ਪਾਈਲਸ ਵੀ ਕਹਿੰਦੇ ਆ। ਜਦੋਂ ਲੋਕ ਜ਼ਿਆਦਾ ਸਟ੍ਰੈਸਫੁਲ ਹੁੰਦੇ, ਤਣਾਅ ਦੇ ਵਿੱਚ ਹੁੰਦੇ ਆ, ਉਹ ਆਪਣੇ ਸਫਿੰਕਟਰ ਜਿਹੜੇ ਹੈਗੇ ਆ, ਜਿਹੜੇ ਗੁਦਾ ਦੇ ਵਿੱਚ ਮਸਲਸ ਹੈਗੇ ਆ, ਉਹਨਾਂ ਨੂੰ ਤਣਾਅ ਦੇ ਵਿੱਚ ਲੈ ਆਉਂਦੇ ਆ ਤੇ ਪ੍ਰੈਸ਼ਰ ਰੈਕਟਮ ਦੇ ਉੱਤੇ ਜ਼ਿਆਦਾ ਪੈਂਦਾ ਆ ਤੇ ਉਹਦੇ ਨਾਲ ਵੀ ਜਿਹੜੀ ਹੈਮਰੋਇਡ ਹੈਗੇ ਜਾਂ ਪਾਈਲਸ ਹੈਗੇ ਜਾਂ ਬਵਾਸੀਰ ਦੇ ਮੌਕੇ ਹੈਗੇ ਆ, ਉਹ ਫਲੇਅਰ ਅਪ ਹੋ ਜਾਂਦੇ ਆ ਤੇ ਉਹਦੇ ਵਿੱਚ ਪ੍ਰੈਸ਼ਰ ਜ਼ਿਆਦਾ ਵੱਧ ਜਾਂਦਾ ਹੈਗਾ ਆ। ਕਿੰਨੀ ਦੇਰ ਜਿਹੜੇ ਪਾਈਲਸ ਹੈਗੇ ਆ ਉਹ ਬਲੀਡ ਕਰਦੇ ਹੈਗੇ ਆ। ਬਰਸਟ ਹੈਮਰਾਇਡ ਜਿਹੜੇ ਹੈਗੇ ਆ ਉਹ ਕੋਈ ਫਿਊ ਸੈਕਿੰਡਸ ਤੋਂ ਸੈਵਰਲ ਮਿੰਟਸ ਦੇ ਵਿੱਚ ਉਹ ਬਲੀਡ ਕਰ ਸਕਦੇ ਹੈਗੇ ਆ। ਜਿਹੜੇ ਇਹ ਜ਼ਿਆਦਾਤਰ 10 ਮਿੰਟ ਤੋਂ ਜ਼ਿਆਦਾ ਨਹੀਂ ਬਲੀਡ ਕਰਨੇ ਚਾਹੀਦੇ ਤੇ ਇਸ ਕਰਕੇ 10 ਮਿੰਟ ਦੇ ਵਿੱਚ, ਕਿਉਂਕਿ ਇਹ ਖਾਲੀ ਹੋ ਜਾਂਦੇ ਆ, ਕਿਉਂਕਿ ਇੰਨਾ ਕਿ ਬਲੱਡ ਹੁੰਦਾ ਆ ਇਹਦੇ ਵਿੱਚ ਕਿ ਕੁਝ ਕੇਸਾਂ ਦੇ ਵਿੱਚ ਜਿਹੜਾ ਏਰੀਆ ਹੈਗਾ ਉਹ ਕੰਟੀਨਿਊ ਬਲੀਡ ਕਰਦਾ ਰਹਿੰਦਾ ਹੈਗਾ ਔਰ ਜਦੋਂ ਬਾਵਲ ਮੂਵਮੈਂਟਸ ਨਹੀਂ ਵੀ ਹੁੰਦੀਆਂ, ਈਵਨ ਤੁਸੀਂ ਲੈਟਰਿਨ ਦੇ ਵਿੱਚ ਨਹੀਂ ਵੀ ਬੈਠੇ ਤਾਂ ਵੀ ਇਹ ਬਲੀਡ ਕਰਦੇ ਰਹਿੰਦੇ ਆ ਜੇ ਉੱਥੇ ਕੋਈ ਅਲਸਰ ਵਗੈਰਾ ਹੋ ਗਿਆ ਹੋਵੇ। ਸਾਨੂੰ ਕਦੋਂ ਇਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਕਿ ਇਹ ਜਿਹੜੇ ਬਵਾਸੀਰ ਹੈਗੀ ਆ ਇਹ ਕੁਝ ਖਤਰਨਾਕ ਹੋ ਗਈ ਆ? ਜੇ ਬਲੀਡਿੰਗ ਬਾਵਲ ਮੂਵਮੈਂਟਸ ਦੇ ਦੌਰਾਨ ਹੁੰਦੀ ਆ ਤਾਂ ਤੁਹਾਡੇ ਹੈਮਰਾਇਡ ਜਿਹੜੇ ਹੈਗੇ ਆ 1 ਹਫ਼ਤੇ ਦੇ ਵਿੱਚ ਇੰਪਰੂਵ ਨਹੀਂ ਕਰਦੇ ਘਰ ਦੇ ਕੇਅਰ ਕਰਨ ਦੇ ਨਾਲ, ਤੇ ਫਿਰ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈਗੀ ਆ। ਇਹ ਅਜ਼ਿਊਮ ਨਹੀਂ ਕਰ ਲੈਣਾ ਚਾਹੀਦਾ ਕਿ ਜਿਹੜੀ ਰੈਕਟਲ ਬਲੀਡਿੰਗ ਆ ਇਹ ਹੈਮਰਾਇਡਸ ਦੇ ਕਰਕੇ ਹੁੰਦੀ ਆ। ਜੇ ਇਹ ਚੇਂਜਸ ਹੈਗੀ ਬਾਵਲ ਮੂਵਮੈਂਟਸ ਦੇ ਵਿੱਚ, ਹੈਬਿਟਸ ਦੇ ਵਿੱਚ ਚੇਂਜ ਆ ਜਾਂਦੀ ਆ ਜਾਂ ਸਟੂਲਸ ਦੀ ਕੰਸਿਸਟੈਂਸੀ ਔਰ ਉਹਦੇ ਕਲਰ ਦੇ ਵਿੱਚ ਕੋਈ ਚੇਂਜ ਆ ਜਾਂਦੀ ਆ ਤਾਂ ਇਸ ਨੂੰ ਇਹ ਵੀ ਮਹਿਸੂਸ ਕਰ ਲੈਣਾ ਚਾਹੀਦਾ ਕਿ ਇਹ ਕੋਈ ਹੋਰ ਚੀਜ਼ ਵੀ ਹੋ ਸਕਦੀ ਹੈਗੀ ਆ। ਵਾਈ ਡਜ਼ ਪਾਈਲਸ ਬਲੀਡ? ਕਿਉਂ ਬਲੀਡ ਕਰਦੇ ਹੈਗੇ ਆ? ਸਟ੍ਰੇਨਿੰਗ, ਜਦੋਂ ਅਸੀਂ ਜ਼ੋਰ ਲਗਾਉਂਦੇ ਆ ਤੇ ਹਾਰਡ ਸਟੂਲ ਸਾਡੇ ਗੁਦਾ ਦੇ ਵਿੱਚੋਂ ਪਾਸ ਕਰਦੇ ਹੈਗੇ ਆ, ਉਹ ਜਿਹੜੀ ਸਰਫੇਸ ਹੈਗੀ ਆ ਹੈਮਰੋਇਡ ਦੀ
ਉਹਨੂੰ ਟਕਰਾ ਕੇ ਉਹਨੂੰ ਡੈਮੇਜ ਕਰ ਦਿੰਦੇ ਆ ਹਾਰਡ ਸਟੂਲ, ਤੇ ਉਹ ਫਿਰ ਬਲੀਡ ਕਰਨਾ ਸ਼ੁਰੂ ਕਰਦਾ, ਕਿਉਂਕਿ ਜਿਹੜੀ ਵੇਨਸ ਦੀ ਸਰਫੇਸ ਹੁੰਦੀ ਆ ਉਹ ਬਹੁਤ ਮੁਲਾਇਮ ਹੁੰਦੀ ਆ, ਨਰਮ ਹੁੰਦੀ ਆ। ਜਦੋਂ ਹਾਰਡ ਸਟੂਲ ਉਹਦੇ ਨਾਲ ਸਟਰਾਈਕ ਕਰਦੇ ਔਰ ਅਸੀਂ ਜ਼ੋਰ ਲਗਾਉਂਦੇ ਆ ਤਾਂ ਉਹ ਹਾਰਡ ਸਟੂਲ ਜਿਹੜੇ ਆ ਉਹ ਸਰਫੇਸ ਨੂੰ ਡੈਮੇਜ ਕਰ ਦਿੰਦੇ ਆ, ਔਰ ਡੈਮੇਜ ਜਿਹੜਾ ਸਰਫੇਸ ਹੈਗੀ ਆ ਉਹਦੇ ਵਿੱਚੋਂ ਫਿਰ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ। ਤੇ ਜਿਹੜਾ ਬਲੱਡ ਬਵਾਸੀਰ ਦਾ ਹੁੰਦਾ ਆ ਉਹ ਬਿਲਕੁਲ ਲਾਲ ਰੰਗ ਦਾ ਹੁੰਦਾ ਹੈਗਾ ਆ, ਔਰ ਅਗਰ ਟਾਇਲਟ ਪੇਪਰ ਦੇ ਉੱਤੇ ਵੀ ਲੱਗਾ ਹੈ ਤਾਂ ਬਿਲਕੁਲ ਲਾਲ ਰੰਗ ਦਾ ਬਲੱਡ ਹੋਏਗਾ। ਇੰਟਰਨਲ, ਐਕਸਟਰਨਲ ਔਰ ਥ੍ਰੋਮਬੋਜ਼ਡ ਹੈਮਰੋਇਡ ਜਿਹੜੇ ਆ ਇਹ ਸਾਰੇ ਹੀ ਬਲੀਡ ਕਰ ਸਕਦੇ ਹੈਗੇ ਆ। ਕੁਝ ਕੇਸਾਂ ਵਿੱਚ ਥ੍ਰੋਮਬੋਜ਼ਡ ਹੈਮਰੋਇਡ ਜਿਹੜੇ ਆ ਉਹ ਬਰਸਟ ਕਰ ਜਾਂਦੇ ਆ ਤੇ ਉਹ ਬਹੁਤ ਜ਼ਿਆਦਾ ਬਲੀਡ ਕਰਦੇ ਹੈਗੇ ਆ। ਕੁਇਕੈਸਟ ਵੇ ਜਿਹੜਾ ਹੈ ਪਾਈਲਸ ਤੋਂ ਕੀ ਹੈਗਾ ਆ, ਇੱਕ ਤਾਂ ਡਰਿੰਕ ਲੋਟਸ ਆਫ ਫਲੂਇਡ, ਜ਼ਿਆਦਾ ਪਾਣੀ ਦਾ ਇਸਤੇਮਾਲ ਕਰੋ। ਮੈਂ ਅੱਗੇ ਵੀ ਆਪਣੇ ਕਈ ਵੈਬੀਨਾਰਸ ਦੇ ਵਿੱਚ ਤੁਹਾਨੂੰ ਦੱਸ ਚੁੱਕਾ ਹਾਂ ਕਿ ਅਗਰ ਤੁਸੀਂ ਜ਼ਿਆਦਾ ਪਾਣੀ ਇਸਤੇਮਾਲ ਕਰਦੇ ਆ ਤੇ ਤੁਹਾਨੂੰ ਕਬਜ਼ ਨਹੀਂ ਹੋ ਸਕਦੀ। ਜ਼ਿਆਦਾਤਰ ਜਿਹੜੀ ਆ ਪਲੈਂਟੀ ਆਫ ਫਾਈਬਰ ਕਿਹ ਤੋਂ ਮਿਲਦੀ ਆ? ਫਾਈਬਰ ਸਾਡੇ ਜਿਹੜੇ ਵੈਜੀਟੇਬਲਸ ਹੈਗੇ ਆ, ਸਲਾਦ ਹੈਗੇ ਆ, ਫਰੂਟਸ ਹੈਗੇ ਆ, ਇਹਨਾਂ ਦੇ ਵਿੱਚ ਫਾਈਬਰ ਹੁੰਦੀ ਹੈਗੀ ਆ। ਔਰ ਇਹਦੇ ਨਾਲ ਕੀ ਹੁੰਦਾ ਆ, ਇਹਦੇ ਨਾਲ ਤੁਹਾਡੇ ਜਿਹੜੇ ਲੈਟਰਿਨ ਹੈਗੀ ਆ ਉਹ ਸੌਫਟ ਰਹਿੰਦੀ ਆ ਔਰ ਸਖਤ ਨਹੀਂ ਹੁੰਦੀ, ਔਰ ਉਸ ਜਦੋਂ ਤੁਹਾਨੂੰ ਲੈਟਰਿਨ ਪਾਸ ਕਰਨ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ, ਈਜ਼ੀਲੀ ਤੁਸੀਂ ਪਾਸ ਕਰ ਦਿੰਦੇ ਹੈਗੇ ਆ। ਜਿਹੜਾ ਤੁਸੀਂ ਜਦੋਂ ਆਪਣਾ ਨੀਚੇ ਗੁਦਾ ਨੂੰ ਸਾਫ਼ ਕਰਦੇ ਆ ਲੈਟਰਿਨ ਤੋਂ ਬਾਅਦ, ਇੱਕ ਡੈਂਪ ਟਾਇਲਟ ਪੇਪਰ ਯੂਜ਼ ਕਰਨਾ ਚਾਹੀਦਾ ਆ ਤਾਂ ਕਿ ਜਿਹੜਾ ਸੁੱਕਾ ਪੇਪਰ ਹੈਗਾ ਆ ਉਹ ਕਈ ਵਾਰੀ ਡੈਮੇਜ ਕਰ ਦਿੰਦਾ ਜੇ ਪਾਈਲਸ ਵਗੈਰਾ ਬਾਹਰ ਨਿਕਲੇ ਹੋਣ। ਪੈਰਾਸਟਾਮੋਲ ਦੀ ਗੋਲੀ ਜਿਹੜੀ ਆ ਉਹ ਤੁਸੀਂ ਲੈ ਸਕਦੇ ਆ ਜੇ ਤੁਹਾਨੂੰ ਕੋਈ ਦਰਦ ਦੀ ਤਕਲੀਫ ਹੈਗੀ ਆ। ਗਰਮ ਬਾਥ ਲੈ ਸਕਦੇ ਹੋ ਜੇ ਤੁਹਾਨੂੰ ਇਚਿੰਗ ਔਰ ਪੇਨ ਹੋ ਰਿਹਾ ਗੁਦਾ ਦੇ ਵਿੱਚ। ਜੇ ਕੁਛ ਇੱਕ ਕੇਸਾਂ ਦੇ ਵਿੱਚ ਤੁਸੀਂ ਆਈਸ ਪੈਕ ਜਿਹੜੀ ਹੈਗੀ ਆ ਉਹ ਵੀ ਯੂਜ਼ ਕਰ ਸਕਦੇ ਆ ਤੇ ਟਾਵਲ ਵੀ ਯੂਜ਼ ਕਰ ਸਕਦੇ ਆ ਡਿਸਕੰਫਰਟ ਨੂੰ ਦੂਰ ਕਰਨ ਦੇ ਵਿੱਚ। ਅਗਰ ਜੇ ਪਾਈਲਸ ਜਿਹੜੇ ਹੈਗੇ ਆ ਉਹ ਬਾਹਰ ਆ ਗਏ ਆ, ਗੁਦਾ ਤੋਂ ਬਾਹਰ ਆ ਗਏ ਆ, ਤੇ ਉਹਨਾਂ ਨੂੰ ਹੌਲੇ ਦੇਣੇ ਤੁਸੀਂ ਆਪਣੀਆਂ ਉਂਗਲਾਂ ਦੇ ਨਾਲ ਅੰਦਰ ਧਕੇਲ ਸਕਦੇ ਆ, ਕਿਉਂਕਿ ਬਾਹਰ ਜਿਹੜੇ ਪਾਈਲਸ ਹੈਗੇ ਆ ਉਹਨਾਂ ਨੂੰ ਜ਼ਿਆਦਾ ਚਾਂਸ ਹੈਗਾ ਬਲੀਡ ਕਰਨ ਦਾ ਔਰ ਉਹਨਾਂ ਦੇ ਵਿੱਚ ਇਨਫੈਕਸ਼ਨ ਹੋਣ ਦਾ। ਤੇ ਉਹਨਾਂ ਨੂੰ ਗੁਦਾ ਤੇ ਜਦੋਂ ਤੁਸੀਂ ਲੈਟਰਿਨ ਕਰਦੇ ਆ, ਜੇ ਤੁਹਾਡੇ ਪਾਈਲਸ ਜਿਹੜੇ ਆ ਜਿਹੜੇ 3rd ਔਰ 4th ਡਿਗਰੀ ਦੇ ਵਿੱਚ, ਮੈਂ ਅੱਗੇ ਜਾ ਕੇ ਦੱਸਾਂਗਾ, ਜੇ ਬਾਹਰ ਆ ਗਏ ਆ ਤਾਂ ਉਹਨਾਂ ਨੂੰ ਤੁਸੀਂ ਜੈਂਟਲੀ ਜਿਹੜੀ ਹੈਗੇ ਆ ਬੜੇ ਤਰੀਕੇ ਦੇ ਨਾਲ ਉਂਗਲ ਦੇ ਨਾਲ ਅੰਦਰ ਗੁਦਾ ਦੇ ਵਿੱਚ ਅੰਦਰ ਕਰ ਸਕਦੇ ਹੈਗੇ ਆ। ਆਪਣੇ ਨੀਚੇ ਦੇ ਹਿੱਸੇ ਨੂੰ ਹਮੇਸ਼ਾ ਸਾਫ਼ ਤੇ ਸੁਥਰਾ ਤੇ ਸੁੱਕਾ ਰੱਖਣਾ ਚਾਹੀਦਾ ਆ। ਤੇ ਤੁਸੀਂ ਐਕਸਰਸਾਈਜ਼ ਅਗਰ ਰੈਗੂਲਰਲੀ ਕਰਦੇ ਆ ਤਾਂ ਉਹ ਵੀ ਇੱਕ ਕਾਰਨ ਤੁਹਾਡੇ ਬਵਾਸੀਰ ਮੁਕਤ ਹੋਣ ਦਾ ਕਾਰਨ ਬਣ ਸਕਦਾ ਹੈਗਾ ਆ, ਕਿਉਂਕਿ ਉਹਦੇ ਨਾਲ ਜਿਹੜੇ ਤੁਹਾਡੇ ਮਸਲਸ ਹੈਗੇ ਆ ਉਹ ਸਟਰੋਂਗ ਹੋਣਗੇ ਤੇ ਤੁਹਾਨੂੰ ਈਜ਼ੀਲੀ ਬਵਾਸੀਰ ਦੀ ਸ਼ਿਕਾਇਤ ਨਹੀਂ ਝੱਲਣੀ ਪਏਗੀ। ਤੁਸੀਂ ਆਪਣੇ ਡਾਕਟਰ ਨੂੰ ਕਦੋਂ ਦੇਖਣਾ ਹੈਗਾ ਆ? ਜਦੋਂ ਵੀ ਤੁਹਾਨੂੰ ਬਲੀਡਿੰਗ ਹੋਵੇ ਉਸ ਵੇਲੇ ਤੁਸੀਂ ਆਪਣੇ ਡਾਕਟਰ ਨੂੰ ਕੰਸਲਟ ਕਰ ਸਕਦੇ ਆ। ਜਾਂ ਫਿਰ ਗੁਦਾ ਦੇ ਦੁਆਲੇ ਕੋਈ ਲੰਪ ਜਾਂ ਕੋਈ ਰਸੌਲੀ ਟਾਈਪ ਤੁਹਾਨੂੰ ਮਹਿਸੂਸ ਹੁੰਦਾ ਹੈਗਾ ਆ, ਜਾਂ ਤੁਹਾਡੇ ਅੰਦਰਲੇ ਗੁਦਾ ਤੋਂ ਅੰਦਰਲੇ ਪਾਸੇ ਰੈਕਟਲ ਪੇਨ ਹੁੰਦਾ ਆ, ਉਦੋਂ ਤੁਸੀਂ ਕਰ ਸਕਦੇ ਆ। ਇਹ ਡਾਕਟਰ ਨੂੰ ਕਿਉਂ ਦੇਖਣਾ ਪੈਂਦਾ ਆ? ਕਿਉਂਕਿ ਤੁਹਾਨੂੰ ਇਹ ਮਹਿਸੂਸ ਹੋ ਜਾਏ ਕਿ ਇਹ ਜਿਹੜੀ ਤੁਹਾਡੀ ਪ੍ਰੋਬਲਮ ਹੈਗੀ ਆ ਇਹ ਪਾਈਲਸ ਤੋਂ ਬਿਨਾ ਕੋਈ ਹੋਰ ਸੀਰੀਅਸ ਪ੍ਰੋਬਲਮ ਤਾਂ ਨਹੀਂ ਹੈ, ਕੋਈ ਕੈਂਸਰ ਜਾਂ ਕੋਈ ਹੋਰ ਚੀਜ਼ ਜਾਂ ਕੋਈ ਰਸੌਲੀ ਵਗੈਰਾ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਤਾਂ ਨਹੀਂ ਹੈ, ਜਾਂ ਉਹਨੂੰ ਫਿਰ ਤੁਹਾਨੂੰ ਡਿਫਰੈਂਸ਼ੀਏਟ ਹੋ ਜਾਏਗਾ ਕਿ ਇਹ ਪਾਈਲਸ ਨਹੀਂ ਹੈ, ਬਵਾਸੀਰ ਨਹੀਂ ਹੈ, ਕੋਈ ਹੋਰ ਪ੍ਰੋਬਲਮ ਹੈਗੀ ਆ, ਤਾਂ ਕਿ ਤੁਹਾਡਾ ਡਾਕਟਰ ਉਹਨੂੰ ਠੀਕ ਤਰੀਕੇ ਨਾਲ ਚੈੱਕ ਕਰ ਸਕੇ। ਕੀ ਜਿਹੜੇ ਪਾਈਲਸ ਹੈਗੇ ਆ ਉਹ ਹਮੇਸ਼ਾ ਹੀ ਬਲੀਡ ਕਰਦੇ ਆ ਜਦੋਂ ਤੁਸੀਂ ਲੈਟਰਿਨ ਜਾਂਦੇ ਹੋ? ਹੈਮਰੋਇਡ ਜਿਹੜੇ ਆ ਇਹ ਸਵੋਲਨ ਬਲੱਡ ਵੈਸਲਸ ਹੁੰਦੀਆਂ ਆ ਰੈਕਟਮ ਦੇ ਵਿੱਚ ਤੇ ਐਨਸ ਦੇ ਵਿੱਚ। ਇਹ ਪੇਨਫੁਲ ਹੋ ਸਕਦੀਆਂ ਹੈ, ਇੱਚੀ ਹੋ ਸਕਦੀਆਂ ਤੇ ਕੁਛ ਇੱਕ ਨੂੰ ਬਲੀਡ ਵੀ ਕਰ ਸਕਦੀਆਂ ਹੈਗੀਆਂ ਆ। ਜਿਹੜੇ ਲੋਕਾਂ ਨੂੰ ਇਹ ਬਵਾਸੀਰ ਦੀ
ਬਿਮਾਰੀ ਹੈਗੀ ਆ, ਬਵਾਸੀਰ ਦੀ ਸ਼ਿਕਾਇਤ ਹੈਗੀ ਆ, ਉਹ ਬਹੁਤ ਕਰਕੇ ਪੇਨਲੈਸ ਹੁੰਦੀ, ਉਹਨਾਂ ਵਿੱਚ ਦਰਦ ਨਹੀਂ ਹੁੰਦਾ ਤੇ ਰੈਕਟਲ ਬਲੀਡਿੰਗ ਵੀ ਨਹੀਂ ਹੁੰਦੀ। ਤੇ ਬ੍ਰਾਈਟ ਰੈੱਡ ਬਲੱਡ ਜਿਹੜਾ ਜੇ ਕਦੀ ਸਟੂਲ ਦੇ ਵਿੱਚ ਤੁਹਾਡੇ ਬਾਵਲ ਮੂਵਮੈਂਟ ਦੇ ਨਾਲ ਆ ਜਾਂਦਾ ਆ ਤਾਂ ਉਹ ਕਈ ਵਾਰੀ ਤੁਪਕੇ ਜਿਹੜੇ ਆ ਤੁਹਾਡੀ ਟਾਇਲਟ ਸੀਟ ਦੇ ਵਿੱਚ ਗਿਰ ਜਾਂਦੇ ਆ, ਤੇ ਜਾਂ ਫਿਰ ਜਦੋਂ ਤੁਸੀਂ ਵਾਈਪ ਕਰਦੇ ਆ ਆਪਣੇ ਟਾਇਲਟ ਪੇਪਰ ਨਾਲ ਤਾਂ ਉਹਦੇ ਉੱਤੇ ਲੱਗੇ ਉਹ ਤੁਹਾਨੂੰ ਦਿਸਦੇ ਹੈਗੇ ਆ। ਕੀ ਬਹੁਤ ਜ਼ਿਆਦਾ ਬਲੱਡ ਵੀ ਪਾਈਲਸ ਦੇ ਵਿੱਚ ਆ ਜਾਂਦਾ ਹੈਗਾ ਆ, ਤੇ ਇੰਟਰਨਲ ਜਿਹੜੇ ਪਾਈਲਸ ਹੈਗੇ ਆ ਉਹ ਬ੍ਰਾਈਟ ਰੈੱਡ ਹੁੰਦੇ ਆ, ਤੇ ਉਹ ਬਲੱਡ ਜਿਹੜਾ ਬ੍ਰਾਈਟ ਰੈੱਡ ਹੁੰਦਾ ਆ ਤੇ ਕਾਫੀ ਮਾਤਰਾ ਦੇ ਵਿੱਚ ਹੋ ਸਕਦਾ ਹੈਗਾ ਆ। ਇਹ ਟਾਇਲਟ ਪੇਪਰ ਦੇ ਉੱਤੇ ਵੀ ਹੋ ਸਕਦਾ ਆ, ਤੇ ਬਾਵਲ ਦੇ ਵਿੱਚ, ਬਾਉਲ ਦੇ ਵਿੱਚ, ਟਾਇਲਟ ਬਾਉਲ ਜਿਹੜਾ ਹੈਗਾ ਆ ਉਹਦੇ ਵਿੱਚ ਵੀ ਡ੍ਰਿਪ ਕਰ ਸਕਦਾ ਆ, ਤੁਹਾਨੂੰ ਤੁਪਕੇ ਨਿਕਲ ਸਕਦੇ ਆ। ਜਾਂ ਫਿਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਤੁਸੀਂ ਲੈਟਰੀਨ, ਅਗਰ ਸਖਤ ਲੈਟਰੀਨ ਹੈਗੀ ਆ ਤਾਂ ਉਹਦੇ ਨਾਲ ਲੱਗਾ ਆ ਬਲੱਡ ਵੀ ਤੁਹਾਨੂੰ ਦਿਸ ਸਕਦਾ ਹੈਗਾ। ਸਾਰੇ ਪੇਸ਼ੈਂਟ ਜਿਹੜੇ ਆ ਉਹ ਜਿਨ੍ਹਾਂ ਦੇ ਤਕਲੀਫ ਹੈਗੀ ਆ ਇੰਟਰਨਲ ਹੈਮਰੋਇਡਸ ਦੀ, ਉਹਨਾਂ ਨੂੰ ਕਾਫੀ ਬਲੀਡਿੰਗ ਵੀ ਹੋ ਸਕਦੀ ਹੈਗੀ ਆ। ਇਹ ਕੀ ਕਾਰਨ ਆ ਕਿ ਮੇਰਾ ਜਿਹੜਾ ਬਵਾਸੀਰ ਆ ਉਹ ਠੀਕ ਨਹੀਂ ਹੁੰਦੀ? ਜੇ ਤੁਹਾਡੇ ਕੋਲ ਬਵਾਸੀਰ ਦੀ ਸ਼ਿਕਾਇਤ ਹੈਗੀ ਆ ਇਹ ਤਾਂ ਫਿਰ ਤੁਹਾਨੂੰ ਜ਼ਿਆਦਾਤਰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਉਹ ਤੁਹਾਨੂੰ ਕਈ ਤਰ੍ਹਾਂ ਦੀਆਂ ਟ੍ਰੀਟਮੈਂਟਸ ਜਿਹੜੀਆਂ ਹੈਗੀਆਂ ਆ ਉਹ ਤੁਹਾਨੂੰ ਸੁਝਾਅ ਦੇਣਗੇ, ਕਿਉਂਕਿ ਇਹ ਖੁਰਾਕ ਦੀ ਤਬਦੀਲੀ ਹੋ ਸਕਦੀ ਆ, ਲਾਈਫ ਸਟਾਈਲ ਦੀ ਤਬਦੀਲੀ ਹੋ ਸਕਦੀ ਆ, ਤੇ ਕਈ ਵਾਰੀ ਪ੍ਰੋਸੀਜਰਸ ਵੀ ਕਰਨੇ ਪੈਂਦੇ ਹੈਗੇ ਆ। ਇਹ ਇਸ ਲਈ ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਕਿਸੇ ਅੱਛੇ ਡਾਕਟਰ ਨੂੰ ਫਿਰ ਕੰਸਲਟ ਕਰ ਲਓ। ਜੇ ਤੁਹਾਨੂੰ ਡਿਸਕੰਫਰਟ ਹੁੰਦੀ ਆ, ਇਹ ਆਪਣੇ ਗੁਦਾ ਦੇ ਏਰੀਆ ਦੇ ਵਿੱਚ ਬਲੀਡਿੰਗ ਹੁੰਦੀ ਆ, ਜਾਂ ਬਾਵਲ ਮੂਵਮੈਂਟਸ ਦੀ ਪ੍ਰੋਬਲਮ ਹੈਗੀ ਆ, ਤਾਂ ਫਿਰ ਤੁਹਾਨੂੰ ਡਾਕਟਰ ਨੂੰ ਕੰਸਲਟ ਕਰ ਲੈਣਾ ਚਾਹੀਦਾ ਹੈਗਾ ਆ। ਕੀ ਮੈਂ ਆਪਣੇ ਆਪ ਵੀ ਇਹ ਬਵਾਸੀਰ ਨੂੰ ਠੀਕ ਕਰ ਸਕਦਾ ਆ? ਇਹ ਹੈਮਰੋਇਡ ਜਿਹੜੇ ਹੈਗੇ ਆ, ਬਵਾਸੀਰ ਦੇ ਮੌਕੇ ਹੈਗੇ ਆ, ਇਹ ਆਪਣੇ ਆਪ ਵੀ ਠੀਕ ਹੋ ਜਾਂਦੇ ਹੈਗੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਬਹੁਤ ਰੇਅਰ ਕੇਸਿਸ ਦੇ ਵਿੱਚ ਜਿਹੜੇ ਆ ਇਹ ਹੈਮਰੋਇਡਸ ਦੇ ਨਾਲ ਜਾਂ ਬਵਾਸੀਰ ਦੇ ਨਾਲ ਕੰਪਲਿਕੇਸ਼ਨਾਂ ਹੋ ਜਾਂਦੀਆਂ ਹੈਗੀਆਂ। ਜੇ ਕ੍ਰੋਨਿਕ ਬਲੱਡ ਲਾਸ ਹੁੰਦੀ ਹੈਗੀ ਆ ਹੈਮਰੋਇਡ ਤੋਂ, ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੈ ਕਿ ਤੁਹਾਡੇ ਖੂਨ ਦੀ ਕਮੀ ਹੋ ਸਕਦੀ ਆ, ਤੇ ਤੁਹਾਡੇ ਜਿਹੜੇ ਰੈੱਡ ਬਲੱਡ ਸੈਲਸ ਹੈ ਉਹ ਘਟ ਸਕਦੇ ਹੈਗੇ ਆ। ਇਸ ਤਰ੍ਹਾਂ ਦੀ ਕੰਪਲਿਕੇਸ਼ਨ ਤੁਹਾਨੂੰ, ਅਸੀਂ ਕਈ ਤਰ੍ਹਾਂ ਦੇ ਪੇਸ਼ੈਂਟ ਦੇਖੇ ਆ ਕਿ ਜਿਨ੍ਹਾਂ ਦਾ ਬਹੁਤ ਜ਼ਿਆਦਾ ਅਨੀਮੀਆ ਹੋਇਆ ਹੁੰਦਾ, ਅਗਰ ਅਸੀਂ ਉਹਨਾਂ ਨੂੰ ਪੁੱਛੀਏ ਵੀ ਤੁਹਾਨੂੰ ਸਟੂਲਸ ਦੇ ਨਾਲ ਖੂਨ ਤਾਂ ਨਹੀਂ ਆਉਂਦਾ? ਹਾਂ ਜੀ ਆਉਂਦਾ ਤਾਂ ਹੈ। ਕਦੋਂ ਤੋਂ ਆਉਂਦਾ ਜੀ? ਕਈ ਸਾਲ ਹੋ ਗਏ। ਜਦ ਜਿਨ੍ਹਾਂ ਨੂੰ ਕਈ ਸਾਲ ਹੋ ਜਾਂਦੇ ਆ ਇਸ ਤਰ੍ਹਾਂ, ਉਹ ਕੇਅਰ ਨਹੀਂ ਕਰਦੇ, ਉਹਨਾਂ ਦਾ ਖੂਨ ਬਹੁਤ ਘਟ ਜਾਂਦਾ ਆ, ਤੇ ਉਹ ਬਵਾਸੀਰ ਤੋਂ ਤਾਂ ਕੀ, ਉਹ ਖੂਨ ਦੇ ਨਾ ਹੋਣ ਕਰਕੇ ਹੀ ਕਈ ਵਾਰੀ ਜ਼ਿਆਦਾ ਕੰਪਲਿਕੇਸ਼ਨਾਂ ਹੋ ਜਾਂਦੀਆਂ ਹੈਗੀਆਂ। ਤੇ ਹੈਮਰੋਇਡਸ ਦੇ ਨਾਲ ਤੁਸੀਂ ਲੈਟਰਿਨ ਕਿਸ ਤਰ੍ਹਾਂ ਕਰਨੀ ਹੈਗੀ ਆ? ਹੈਮਰੋਇਡਸ ਜਿਹੜੇ ਆ ਇਹ ਬਾਹਰ ਨਿਕਲੀਆਂ ਆ ਨਾੜਾਂ ਹੈਗੀਆਂ ਆ, ਜਿਨ੍ਹਾਂ ਨੂੰ ਅਸੀਂ ਮੋਕੇ ਕਹਿੰਦੇ ਆ। ਜਦੋਂ ਤੁਸੀਂ ਜ਼ਿਆਦਾ ਪ੍ਰੈਸ਼ਰ ਇਹਦੇ ਉੱਤੇ ਪਾਉਨੇ ਹੈਗੇ ਆ ਤੇ ਫੁੱਲ ਜਾਂਦੀਆਂ ਆ, ਤੇ ਇਹਨਾਂ ਦੇ ਵਿੱਚ ਟੀਅਰ ਹੋ ਸਕਦੀ ਆ, ਤੇ ਇਰੀਟੇਸ਼ਨ ਹੋ ਸਕਦੀ ਆ, ਤੇ ਜਿਹੜਾ ਤੁਹਾਡਾ ਸਟੂਲ ਹੈਗਾ ਆ ਉਹ ਇਹਦੇ ਨਾਲ ਲੱਗ ਕੇ ਨਿਕਲਦਾ ਹੈਗਾ ਆ। ਇਸ ਤਰ੍ਹਾਂ ਜਦੋਂ ਤੁਸੀਂ ਕੋਈ ਵੀ ਜਦੋਂ ਟਾਇਲਟ ਕਰਨ ਬੈਠਣਾ ਆ, ਤਾਂ ਤੁਸੀਂ ਅਗਰ ਵੈਸਟਰਨ ਸੀਟ ਦੇ ਉੱਤੇ ਬੈਠਦੇ ਆ ਤਾਂ ਤੁਸੀਂ ਆਪਣੇ ਪੈਰਾਂ ਦੇ ਥੱਲੇ ਇੱਕ ਫੱਟਾ ਰੱਖ ਸਕਦੇ ਆ, ਤਾਂ ਕਿ ਤੁਹਾਡੇ ਪੈਰ ਕੋਈ 2-3 ਇੰਚ ਉੱਚੇ ਹੋ ਜਾਣ। ਜਦੋਂ ਤੁਹਾਡੇ ਪੈਰ 2-3 ਇੰਚ ਉੱਚੇ ਹੋ ਜਾਂਦੇ ਆ ਤੇ ਤੁਹਾਡੀ ਜਿਹੜੀ ਰੈਕਟਮ ਹੈਗੀ ਆ ਉਹ ਅੰਦਰੋਂ ਸਿੱਧੀ ਹੋ ਜਾਂਦੀ ਹੈਗੀ ਆ। ਜਿਹੜੀ ਸਿੱਧੀ ਰੈਕਟਮ ਹੈਗੀ ਆ ਉਹਦੇ ਨਾਲ ਤੁਹਾਨੂੰ ਸਟੂਲ ਪਾਸ ਕਰਨ ਦੇ ਵਿੱਚ ਪ੍ਰੋਬਲਮ ਨਹੀਂ ਹੁੰਦੀ, ਔਰ ਉਸ ਦੇ ਨਾਲ ਤੁਹਾਨੂੰ ਜਿਹੜੇ ਤੁਹਾਡੇ ਪਾਈਲਸ ਦਾ ਹੈਗੇ, ਇੰਟਰਨਲ ਪਾਈਲਸ ਹੈਗੇ ਆ, ਉਹਨਾਂ ਨਾਲ ਰਗੜ ਵੀ ਸਟੂਲਸ ਦੀ ਜ਼ਿਆਦਾ ਨਹੀਂ ਲੱਗਦੀ ਹੈਗੀ ਆ। ਇਹ ਜਿਹੜੀ ਪੋਜੀਸ਼ਨ ਹੈਗੀ ਆ ਇਹਦੇ ਨਾਲ ਤੁਹਾਨੂੰ ਸਟੂਲ ਪਾਸ ਕਰਨ ਦੇ ਵਿੱਚ ਬਹੁਤ ਹੈਲਪ ਮਿਲਦੀ ਹੈਗੀ ਆ। ਜਦੋਂ ਕਿਸ ਤਰ੍ਹਾਂ ਕਰਨੀ ਹੈਗੀ ਆ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਵੈਸਟਰਨ ਸੀਟ ਦੇ ਉੱਤੇ ਬੈਠੇ ਆ, ਵੈਸਟਰਨ ਸੀਟ ਦੇ ਬੈਠੇ ਬੈਠੇ ਤੁਸੀਂ ਆਪਣੇ ਪੈਰਾਂ ਦੇ ਥੱਲੇ ਇੱਕ ਫੱਟਾ ਰੱਖ ਲੈਣਾ 2-3 ਇੰਚ ਉੱਚਾ। ਉਹਦੇ ਨਾਲ ਤੁਹਾਡੇ ਪੈਰ ਜਿਹੜੇ ਉੱਪਰ ਚੱਕ ਹੋ ਜਾਣਗੇ, ਔਰ ਤੁਹਾਡਾ ਜਿਹੜਾ ਪੇਟ ਹੈਗਾ ਆ ਉਹਦੇ ਨਾਲ ਤੁਹਾਡੀ ਪੋਜੀਸ਼ਨ ਜਿਹੜੀ ਹੈ ਤੁਹਾਡੇ ਏਨਸ ਦੀ ਔਰ ਤੁਹਾਡੇ ਰੈਕਟਮ ਦੀ ਉਹ ਸਿੱਧੀ ਹੋ ਜਾਏਗੀ, ਔਰ ਸਿੱਧੀ। ਅਦਰਵਾਈਜ਼ ਜਦੋਂ ਤੁਸੀਂ ਨਾਰਮਲੀ ਬੈਠਦੇ ਆ ਤਾਂ ਇੱਕ ਕਿੰਕ ਆ ਜਾਂਦੀ ਹੈ, ਇੱਕ ਐਂਗਲ ਆ ਜਾਂਦਾ ਰੈਕਟਮ ਔਰ
ਰੈਕਟਮ ਔਰ ਇਹਦੇ ਵਿੱਚ ਐਨਸ ਦੇ ਵਿੱਚ ਐਂਗਲ ਹੁੰਦਾ, ਜੋ ਐਂਗਲ ਦੇ ਨਾਲ ਜਦੋਂ ਪਾਸ ਕਰਨਾ ਹੈਗਾ ਤਾਂ ਉਹ ਤੁਹਾਡੇ ਸਟੂਲ ਜਿਹੜੇ ਹੈਗੇ ਆ ਉਹ ਤੁਹਾਡੇ ਪਾਈਲਸ ਦੇ ਨਾਲ ਜਿਹੜੇ ਮੋਕੇ ਹੈਗੇ ਆ ਉਹਨਾਂ ਦੇ ਨਾਲ ਖਿਸਕ ਕੇ ਰਗੜ ਕੇ ਲੰਘਦੇ ਆ, ਤਾਂ ਉਹਦੇ ਨਾਲ ਤਕਲੀਫ ਹੁੰਦੀ ਹੈਗੀ ਆ। ਇਹ ਸਿੰਪਲ ਜਿਹਾ ਪ੍ਰੋਸੀਜਰ ਤੁਸੀਂ ਆਪਣੇ ਆਪ ਅਪਲਾਈ ਕਰ ਸਕਦੇ ਆ। ਕੀ ਮੈਂ ਜਿਹੜੇ ਪਾਈਲ ਦੇ ਮੋਕੇ ਹੈਗੇ ਆ ਉਹਨਾਂ ਨੂੰ ਅੰਦਰ ਪੁਸ਼ ਕਰ ਸਕਦਾ ਆ? ਹਾਂ, ਇਹ ਤੁਸੀਂ ਹੈਮਰਾਇਡ ਜਿਹੜੇ ਆ ਅੰਦਰ ਪੁਸ਼ ਕਰ ਸਕਦੇ ਆ। ਅਸਲ ਵਿੱਚ ਜਿਹੜੇ ਇਹ ਪੁਸ਼ਿੰਗ ਹੈਗੀ ਆ ਇਨਸਾਈਡ ਪ੍ਰੋਟੈਕਟ ਦਾ ਬਲੱਡ ਵੈਸਲ, ਇਹਨਾਂ ਬਲੱਡ ਵੈਸਲਸ ਨੂੰ ਪ੍ਰੋਟੈਕਟ ਕਰਦਾ ਆ, ਤੇ ਰਿਸਕ ਜਿਹੜਾ ਬਲੱਡ ਕਲੌਟ ਦਾ ਤੇ ਸਟ੍ਰੈਂਗੂਲੇਸ਼ਨ ਦਾ ਉਹ ਰਿਸਕ ਜਿਹੜਾ ਘਟ ਜਾਂਦਾ ਹੈਗਾ ਆ। ਜੇ ਅਗਰ ਸਟ੍ਰੈਂਗੂਲੇਟ ਹੋ ਜਾਣ ਜਾਂ ਜਿਹੜੇ ਮੌਕੇ ਹੈਗੇ ਆ ਉਹ ਘੁੱਟ ਲੈ ਜਾਣ ਮਸਲਸ ਦੇ ਵਿੱਚ, ਤਾਂ ਉਹਦੇ ਨਾਲ ਤੁਹਾਡੇ ਸਫਿੰਕਟਰ ਮਸਲਸ ਦੇ ਨਾਲ ਤੇ ਤੁਹਾਨੂੰ ਦਰਦ ਵਗੈਰਾ ਜਿਹੜਾ ਹੈਗਾ ਆ ਉਹ ਜ਼ਿਆਦਾ ਵੱਧ ਸਕਦਾ ਹੈਗਾ ਆ। ਹਾਊ ਸ਼ੁਡ ਆਈ ਯੂ ਸਲੀਪ ਵਿਦ ਹੈਮਰੋਇਡ ਜਦੋਂ ਹੁੰਦੇ ਆ ਤੇ ਤੁਹਾਨੂੰ ਕਿਸ ਤਰ੍ਹਾਂ ਸੌਣਾ ਚਾਹੀਦਾ ਹੈਗਾ ਆ। ਇਹ ਸਲੀਪਿੰਗ ਜਿਹੜੀ ਤੁਹਾਡੇ ਹੈਗੇ ਆ, ਤੁਸੀਂ ਸਟੋਮਕ ਦੇ ਉੱਤੇ ਸੌ ਸਕਦੇ ਆ, ਇੱਕ ਸਾਈਡ ਦੇ ਉੱਤੇ ਸੌ ਸਕਦੇ ਆ, ਜਿਹੜਾ ਕਿ ਤੁਹਾਨੂੰ ਪ੍ਰੈਸ਼ਰ ਜਿਹੜਾ ਹੈ ਤੁਹਾਡੇ ਗੁਦਾ ਦੇ ਉੱਤੇ ਪ੍ਰੈਸ਼ਰ ਨੂੰ ਘੱਟ ਕਰ ਦਿੰਦਾ ਹੈਗਾ ਆ, ਤੇ ਕੁਛ ਇੱਕ ਤੁਹਾਨੂੰ ਰਿਲੀਫ ਦੇ ਦਿੰਦਾ ਹੈਗਾ ਆ। ਤੇ ਤੁਸੀਂ ਬੈਕ ਦੇ ਉੱਤੇ ਸੌਨੇ ਹੈਗੇ ਆ ਤੇ ਉਹ ਐਕਸਟਰਾ ਪ੍ਰੈਸ਼ਰ ਤੁਹਾਡੇ ਗੁਦਾ ਦੇ ਉੱਤੇ ਪੈ ਜਾਂਦਾ ਹੈ, ਤੇ ਪੇਨ ਜਿਹੜਾ ਆ ਤੁਹਾਡੇ ਬਵਾਸੀਰ ਦਾ ਉਹ ਵੱਧ ਜਾਂਦਾ ਇਸ ਸਲੀਪਿੰਗ ਪੋਜੀਸ਼ਨ ਦੇ ਵਿੱਚ। ਇਹਨੂੰ ਪ੍ਰੀਵੈਂਟ ਕਰਨ ਲਈ ਤੁਸੀਂ ਹਮੇਸ਼ਾ ਇੱਕ ਸਾਈਡ ਤੇ ਪਾਓ ਤੇ ਆਪਣੇ ਲੱਤਾਂ ਦੇ ਵਿਚਕਾਰ ਇੱਕ ਸਰਾਣਾ ਰੱਖ ਲਓ, ਤੇ ਤਾਂ ਕਿ ਤੁਸੀਂ ਈਜ਼ੀਲੀ ਸੌ ਸਕੋ। ਜੇ ਤੁਸੀਂ ਆਪਣੇ ਬਵਾਸੀਰ ਦਾ ਇਲਾਜ ਨਹੀਂ ਕਰਾਉਂਦੇ ਤਾਂ ਕੀ ਹੋ ਸਕਦਾ ਹੈਗਾ ਆ? ਭਾਵੇਂ ਕਿ ਇਹ ਆਪਣੇ ਆਪ ਹੀ ਠੀਕ ਹੋ ਜਾਂਦੇ ਆ ਕਈਆਂ ਦੇ ਵਿੱਚ, ਪਰ ਜਦੋਂ ਤੁਸੀਂ ਥੋੜੇ ਬਹੁਤ ਪ੍ਰੋਲੈਪਸਡ ਜਦੋਂ ਬਾਹਰ ਨਿਕਲੇ ਹੋਏ ਮੌਕੇ ਹੈਗੇ ਆ, ਉਹ ਕੁਝ ਸਮੇਂ ਬਾਅਦ ਉਹਨਾਂ ਦੇ ਵਿੱਚ ਕਲੌਟ ਵੀ ਬਣ ਜਾਂਦਾ, ਉਹਨਾਂ 'ਚ ਦਰਦ ਵੀ ਜ਼ਿਆਦਾ ਹੋ ਸਕਦਾ ਔਰ ਉਹ ਬਰਸ ਵੀ ਕਰ ਸਕਦੇ ਹੈਗੇ ਆ। ਇਸ ਲਈ ਉਹਨਾਂ ਨੂੰ ਟ੍ਰੀਟ ਕਰਨਾ ਉਹ ਬਹੁਤ ਜ਼ਰੂਰੀ ਹੈਗਾ ਆ। ਜੇ ਉਹਨਾਂ ਨੂੰ ਟ੍ਰੀਟ ਨਾ ਕੀਤਾ ਜਾਵੇ ਤੇ ਜਿਹੜੇ ਇੰਟਰਨਲ ਪ੍ਰੋਲੈਪਸਡ ਹੈਮਰੋਇਡਸ ਹੈਗੇ ਆ ਉਹ ਬਾਹਰ ਐਨਸ ਦੇ ਵਿੱਚ ਟ੍ਰੈਪ ਹੋ ਜਾਂਦੇ ਆ, ਤੇ ਉਹਨਾਂ 'ਚ ਬਹੁਤ ਦਰਦ ਹੁੰਦਾ, ਇਰੀਟੇਸ਼ਨ ਹੁੰਦੀ, ਬਲੀਡਿੰਗ ਹੁੰਦੀ ਤੇ ਪੇਨ ਹੁੰਦਾ। ਇਸ ਕਰਕੇ ਇਹਨਾਂ ਨੂੰ ਇਹ ਕਦੀ ਵੀ ਅਨਟ੍ਰੀਟਡ ਜਿਹੜਾ ਬਾਹਰ ਪ੍ਰੋਲੈਪਸਡ ਹੈਗਾ, ਜਿਹੜਾ ਬਾਹਰ ਨਿਕਲਿਆ ਮੌਕਾ ਹੈਗਾ, ਉਹਨੂੰ ਕਦੀ ਵੀ ਇਸ ਤਰ੍ਹਾਂ ਨਹੀਂ ਛੱਡਣਾ, ਅਨਟ੍ਰੀਟਡ ਨਹੀਂ ਛੱਡਣਾ ਚਾਹੀਦਾ। ਉਹਦੀ ਟ੍ਰੀਟਮੈਂਟ ਜ਼ਰੂਰੀ ਹੈਗੀ ਆ। ਕਿਹੜੇ ਕਿਹੜੇ ਸਾਈਜ਼ ਹੈਗੇ ਆ ਜਿਹੜੇ ਕਿ ਸਰਜਰੀ ਜਿਨ੍ਹਾਂ ਲਈ ਜ਼ਰੂਰੀ ਹੈਗੀ ਆ? ਜੇ ਗ੍ਰੇਡ 3 ਔਰ 4 ਜਿਹੜੇ ਮੈਂ ਤੁਹਾਨੂੰ ਦੱਸਦਾ ਆ, ਉਹਨਾਂ ਦੀ ਸਰਜਰੀ ਜਿਹੜੀ ਆ ਉਹ ਜ਼ਰੂਰੀ ਹੈਗੀ ਆ। ਉਹ ਕਿਹੜੇ ਹੈਗੇ ਆ? ਉਹਨਾਂ ਨੂੰ ਜਨਰਲ ਜਾਂ ਲੋਕਲ ਐਨਸਥੀਸੀਆ ਦੇ ਕੇ ਉਹਨਾਂ ਨੂੰ ਰਿਮੂਵ ਕੀਤਾ ਜਾਂਦਾ ਹੈ, ਤੇ ਤੁਸੀਂ ਹਸਪੀਟਲ ਦੇ ਵਿੱਚ ਥੋੜੇ ਦਿਨ ਰਹਿੰਦੇ ਆ ਤੇ ਉਹ ਤੁਹਾਡੇ ਠੀਕ ਹੋ ਜਾਂਦੇ ਹੈਗੇ ਆ। ਤੇ ਗ੍ਰੇਡ 4 ਪਾਈਲਸ ਕਿਹੜੇ ਹੈਗੇ ਆ? ਗ੍ਰੇਡ 4 ਹੈਮਰੋਇਡ ਜਿਹੜੇ ਆ ਉਹ ਹਮੇਸ਼ਾ ਹੀ ਤੁਹਾਡੇ ਗੁਦਾ ਤੋਂ ਬਾਹਰ ਰਹਿੰਦੇ ਆ, ਉਹ ਕਦੀ ਅੰਦਰ ਨਹੀਂ ਜਾ ਸਕਦੇ। ਉਹਨਾਂ ਨੂੰ ਤੁਸੀਂ ਮਤਲਬ ਉਂਗਲੀਆਂ ਦੇ ਨਾਲ ਵੀ ਅੰਦਰ ਨਹੀਂ ਧੱਕ ਸਕਦੇ, ਉਹ ਹਮੇਸ਼ਾ ਬਾਹਰ ਹੀ ਤੁਹਾਨੂੰ ਦਿਸਦੇ ਹੈਗੇ ਆ, ਔਰ ਉਹਨਾਂ ਨੂੰ ਅਸੀਂ ਗ੍ਰੇਡ 4 ਕਹਿੰਦੇ ਹੈਗੇ ਆ। ਤੇ ਗ੍ਰੇਡ 3 ਉਹ ਹੈਮਰੋਇਡ ਹੈਗੇ ਆ ਜਿਹੜੇ ਇੰਟਰਨਲ ਹੈਮਰੋਇਡ ਹੈਗੇ ਆ, ਜਿਹੜੇ ਬਾਹਰ ਨਿਕਲੇ ਆਉਂਦੇ ਆ, ਪਰ ਉਹਨਾਂ ਨੂੰ ਤੁਸੀਂ ਆਪਣੇ ਉਂਗਲਾਂ ਦੇ ਨਾਲ ਅੰਦਰ ਕਰ ਸਕਦੇ ਹੈਗੇ ਆ। ਉਹ ਗ੍ਰੇਡ 3 ਹੈਗੇ ਆ। ਗ੍ਰੇਡ 4 ਦੇ ਜਿਹੜੇ ਹੈਮਰੋਇਡਸ ਆ ਉਹ ਇੰਟਰਨਲ ਹੈਮਰੋਇਡਸ ਆ, ਜਿਹੜੇ ਕਿ ਕਦੀ ਵੀ ਅੰਦਰ ਨਹੀਂ ਜਾਣਗੇ। ਉਹ ਇੰਨੇ ਕੁ ਸਖਤ ਹੋ ਜਾਂਦੇ ਹੈਗੇ ਆ ਕਿ ਉਹਨਾਂ ਨੂੰ ਅੰਦਰ ਕਰਨਾ ਬਿਲਕੁਲ ਮੁਸ਼ਕਲ ਹੈਗਾ ਆ, ਕਦੀ ਵੀ ਅੰਦਰ ਨਹੀਂ ਜਾਣਗੇ। ਇਹ 3 ਔਰ 4 ਦੀ ਇਹ ਪਰਿਭਾਸ਼ਾ ਹੈਗੀ ਆ। ਔਰ ਇਹ ਸ਼ਕਲ ਹੈਗੇ ਚਾਰੇ ਹੀ ਤਰ੍ਹਾਂ ਦੇ ਜਿਹੜੇ ਗ੍ਰੇਡ ਹੈਗੇ ਹੈਮਰੋਇਡ ਦੇ। ਆ ਜਿਹੜਾ ਪਹਿਲਾ ਹੈਗਾ ਆ ਇਹ ਸਿਰਫ ਫਸਟ ਡਿਗਰੀ ਹੈਗਾ, ਜਿਹੜਾ ਕਿ ਅੰਦਰ ਹੀ ਹੈਗਾ ਆ, ਤੇ ਕੋਈ ਪ੍ਰੋਲੈਪਸ ਨਹੀਂ ਹੈ, ਅੰਦਰ ਦਿਸਦਾ ਵੀ ਨਹੀਂ ਹੈ, ਇੰਟਰਨਲ ਪਾਈਲ ਹੈ, ਪ੍ਰੋਮੀਨੈਂਟ ਬਲੱਡ ਵੈਸਲ ਇੱਕ ਸਾਨੂੰ ਆਹ ਦਿਸਦੀ ਹੈਗੀ ਹੈ ਇੱਥੇ ਅਗਰ ਤੁਸੀਂ ਦੇਖੋ ਤੇ ਆਹ ਹੈ ਸੈਕੰਡ। ਇਹਦੇ ਨਾਲੋਂ ਵੱਡਾ ਹੈ, ਪਰ ਇਹ ਵੀ ਬਾਹਰ ਨਹੀਂ ਆਇਆ ਹਾਲੇ। ਜਦੋਂ ਤੁਸੀਂ ਜ਼ਿਆਦਾ ਇਹਨੂੰ ਸਟ੍ਰੇਨ ਕਰਦੇ ਹੈਗੇ ਆ ਤੇ ਇਹ ਸਟ੍ਰੇਨ ਕਰਨ ਦੇ ਨਾਲ ਸ਼ਾਇਦ ਇਹ ਥੋੜਾ ਬਹੁਤ ਬਾਹਰ ਆ ਜਾਏ, ਪਰ ਆਪਣੇ ਆਪ ਹੀ
ਆਪਣੇ ਆਪ ਹੀ ਜਦੋਂ ਤੁਸੀਂ ਰਿਲੈਕਸ ਕਰਦੇ ਆ ਤੇ ਅੰਦਰ ਚਲ ਜਾਂਦਾ ਹੈਗਾ ਆ। ਇਹ ਹੈ 3rd ਡਿਗਰੀ, ਜਿਹੜਾ ਕਿ ਵੈਸੇ ਬਾਹਰ ਹੁੰਦਾ ਹੈ ਆਮ ਤੌਰ ਤੇ ਸਟ੍ਰੇਨ ਦੇ ਨਾਲ ਵੀ ਤੇ ਵੈਸੇ ਵੀ, ਪਰ ਜਦੋਂ ਤੁਸੀਂ ਉਂਗਲੀ ਦੇ ਨਾਲ ਇਹਨੂੰ ਪੁਸ਼ ਕਰਦੇ ਹੈਗੇ ਆ ਤਾਂ ਇਹ ਅੰਦਰ ਚਲ ਜਾਂਦਾ ਹੈਗਾ। ਇਹਨੂੰ 3rd ਡਿਗਰੀ ਦਾ ਕਹਿੰਦੇ ਹੈਗੇ ਆ। ਆ 4 ਡਿਗਰੀ ਦਾ ਜਿਹੜਾ ਹੈਗਾ ਆ ਇਹ ਬਾਹਰ ਨਿਕਲ ਆਉਂਦਾ ਹੈਗਾ ਆ। ਬੇਸ਼ੱਕ ਤੁਸੀਂ ਸਟ੍ਰੇਨ ਕਰੋ ਜਾਂ ਨਾ ਕਰੋ, ਤੁਸੀਂ ਇਹ ਹਮੇਸ਼ਾ ਹੀ ਬਾਹਰ ਦਿਸਦਾ ਹੈਗਾ ਆ, ਪਰ ਇਹ ਅੰਦਰ ਵੀ ਨਹੀਂ ਜਾਂਦਾ। ਇਹਨੂੰ ਤੁਸੀਂ ਅੰਦਰ ਵੀ ਨਹੀਂ ਕਰ ਸਕਦੇ, ਇਹ ਹਮੇਸ਼ਾ ਬਾਹਰ ਹੀ ਰਹਿੰਦਾ। ਇਹਨੂੰ ਅਸੀਂ 4 ਡਿਗਰੀ 4 ਡਿਗਰੀ ਦਾ ਪਾਇਲਸ ਕਹਿੰਦੇ ਹੈਗੇ ਆ। ਇਹ ਵੀ ਉਸੇ ਤਰ੍ਹਾਂ 4 ਹੀ ਡਿਗਰੀ ਦੇ ਪਾਇਲਸ ਹੈਗੇ ਆ, ਜਿਨ੍ਹਾਂ ਨੂੰ ਅਸੀਂ ਛੋਟਾ ਆ ਬਾਹਰ ਨਿਕਲ ਸਕਦਾ, ਫਿਰ ਆਪਣੇ ਆਪ ਅੰਦਰ ਚਲ ਜਾਂਦਾ। ਇਹ ਆਪਣੇ ਆਪ ਅੰਦਰ ਨਹੀਂ ਜਾਂਦਾ, ਇਹਨੂੰ ਸਾਨੂੰ ਪੁਸ਼ ਕਰਨਾ ਪੈਂਦਾ ਆ, ਔਰ ਇਹ ਹਮੇਸ਼ਾ ਹੀ ਬਾਹਰ ਰਹਿੰਦਾ, ਇਹਨੂੰ ਅਸੀਂ ਪੁਸ਼ ਨਹੀਂ ਕਰ ਸਕਦੇ। ਸੋ ਇਹ 4 ਕਿਸਮਾਂ ਜਿਹੜੀਆਂ ਹੈਗੀਆਂ ਪਾਇਲਸ ਦੀਆਂ ਤੁਹਾਡੇ ਲਈ ਹੈਗੀਆਂ। ਇੱਥੇ ਵੀ ਉਸੇ ਤਰ੍ਹਾਂ ਦਿਖਾਇਆ ਗਿਆ ਹੈ ਕਿ ਇਹ 1st ਡਿਗਰੀ ਦਾ ਪਾਇਲਸ ਹੈ, ਅੰਦਰ ਹੀ ਰਿਹਾ ਹੈ। ਇਹ 2nd ਡਿਗਰੀ ਦਾ ਹੈਗਾ, ਇਹ ਜਦੋਂ ਸਟ੍ਰੇਨ ਕਰਦੇ ਆ ਤਾਂ ਬਾਹਰ ਆ ਜਾਂਦਾ ਤੇ ਫਿਰ ਆਪਣੇ ਆਪ ਹੀ ਅੰਦਰ ਚਲ ਜਾਂਦਾ ਹੈ। ਇਹ 3rd ਡਿਗਰੀ ਦਾ ਹੈਗਾ ਆ। ਇਹ 3rd ਡਿਗਰੀ ਹੈਗਾ, ਇਹ ਸਟ੍ਰੇਨ ਕਰਨ ਤੇ ਬਾਹਰ ਆ ਜਾਂਦਾ ਤੇ ਜਦੋਂ ਅਸੀਂ ਪੁਸ਼ ਕਰਦੇ ਆ ਅੰਦਰ ਤੇ ਅੰਦਰ ਚਲ ਜਾਂਦਾ ਹੈਗਾ ਆ। ਤੇ ਇਹ 4th ਡਿਗਰੀ ਦੇ ਹੈਗੇ ਆ, ਤਾਂ ਕਿ ਇਹ ਬਾਹਰ ਆ ਜਾਂਦੇ ਔਰ ਅੰਦਰ ਨਹੀਂ ਜਾ ਸਕਦੇ। ਠੀਕ ਹੈ। ਤੇ ਇਹ ਆ ਜਿਹੜਾ ਹੈਗਾ ਆ ਸਕਿਨ ਹੈਗੀ ਆ, ਆਹ ਸਕਿਨ ਇਹ ਐਕਸਟਰਨਲ ਪਾਇਲਸ ਹੈਗੇ ਆ। ਐਕਸਟਰਨਲ ਪਾਇਲ ਜਿਹੜੇ ਆ ਉਹ ਸਕਿਨ ਦੇ ਵਿੱਚ ਆ, ਉਹ ਅੰਦਰੋਂ ਨਹੀਂ ਲਮਕਦੇ, ਸਿਰਫ ਸਾਡੀ ਸਕਿਨ ਜਿਹੜੀ ਚਮੜੀ ਆ ਉਹਦੇ ਵਿੱਚ ਹੀ ਹੁੰਦੇ ਹੈਗੇ ਆ। ਆ ਰੈਕਟਮ ਹੈਗੀ ਆ, ਆ ਨੀਚੇ ਆ ਹਿੱਸਾ ਜਿਹੜਾ ਆ ਉਹ ਐਨਸ ਦਾ ਹੈਗਾ, ਗੁਦਾ ਦਾ ਹੈਗਾ ਆ। ਸੋ ਇਹ ਡਿਫਰੈਂਟ ਗ੍ਰੇਡਸ ਆਫ ਪਾਇਲਸ ਜਿਹੜੇ ਆ ਉਹ ਤੁਹਾਨੂੰ ਦਿਖਾਏ ਗਏ ਆ। ਮੈਨੇਜਮੈਂਟ ਆਫ ਪਾਇਲਸ ਕਿਸ ਤਰ੍ਹਾਂ? ਇੱਕ ਤਾਂ ਸਿਟਸ ਬਾਥ ਹੈ, ਜਦੋਂ ਤੁਸੀਂ ਗਰਮ ਪਾਣੀ ਲੈਂਦੇ ਆ ਤਾਂ ਉਹਦੇ ਵਿੱਚ ਥੋੜਾ ਜਿਹਾ ਐਪਸਮ ਸਾਲਟ, ਜਿਹੜਾ ਮੈਗਨੀਸ਼ੀਅਮ ਸਲਫੇਟ ਆ, ਉਹਨੂੰ ਅਸੀਂ ਪਾ ਕੇ ਤੇ ਉਹਦੇ ਵਿੱਚ ਬੈਠਣਾ ਹੁੰਦਾ ਆ ਤੇ ਉਹਦੇ ਨਾਲ ਥੋੜਾ ਨਰਮ ਹੋ ਜਾਂਦਾ, ਔਰ ਜਿਹੜੀ ਸਾਡੀ ਸਟ੍ਰੇਨਿੰਗ ਹੈਗੀ ਆ ਜਾਂ ਸਾਡੀ ਟੈਨਸ਼ਨ ਹੈਗੀ ਆ ਮਸਲਸ ਦੇ ਵਿੱਚ ਉਹ ਘਟ ਜਾਂਦੀ ਆ, ਤਾਂ ਉਹਦੇ ਨਾਲ ਵੀ ਇਹ ਉੱਪਰ ਰਿਲੈਕਸ ਕਰ ਜਾਂਦੇ ਹੈਗੇ ਆ। ਜਿਹੜੀਆਂ ਜਦੋਂ ਤੁਸੀਂ ਆਫਟਰ ਲੈਟਰੀਨ ਵਾਈਪ ਕਰਦੇ ਆ, ਤੁਸੀਂ ਸਾਫ਼ ਕਰਦੇ ਆ, ਤਾਂ ਉਹ ਮੋਇਸਟ ਜਿਹੜਾ ਹੈ ਗਿੱਲੇ ਕੱਪੜੇ ਦੇ ਨਾਲ ਜਾਂ ਗਿੱਲੇ ਟਾਇਲਟਸ ਦੇ ਨਾਲ, ਟਾਵਲੇਟਸ ਦੇ ਨਾਲ ਉਹਨੂੰ ਕਰਨਾ ਚਾਹੀਦਾ, ਤੇ ਫਿਰ ਡਰਾਈ ਟਾਇਲਟ ਪੇਪਰ ਨਹੀਂ ਲਾਉਣਾ ਚਾਹੀਦਾ। ਆਈਸ ਪੈਕਸ ਦੇ ਉੱਤੇ ਅਗਰ ਤੁਸੀਂ ਬੈਠਦੇ ਹੈਗੇ ਆ ਤਾਂ ਤੁਹਾਨੂੰ ਆਰਾਮ ਆਉਂਦਾ ਹੈਗਾ ਡਿਸਕੰਫਰਟ ਤੋਂ। ਹਾਈਡਰੇਟਡ ਰਹਿੰਦੇ ਆ, ਪਾਣੀ ਜ਼ਿਆਦਾ ਪੀਂਦੇ ਆ ਤੇ ਉਹਦੇ ਨਾਲ ਸਫੀਸ਼ੀਐਂਟ ਡਾਈਟਰੀ ਫਾਈਬਰ ਲੈਂਦੇ ਆ, ਤਾਂ ਉਹਦੇ ਨਾਲ ਤੁਹਾਡੇ ਜਿਹੜੇ ਸਟੂਲਸ ਹੈ ਆ ਉਹ ਸੌਫਟ ਹੁੰਦੇ ਆ ਤੇ ਉਹਦੇ ਨਾਲ ਤੁਹਾਨੂੰ ਲੈਟਰਿਨ ਕਰਨ ਦੇ ਡੈਫੀਕੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ, ਤੇ ਤੁਹਾਡੇ ਜਿਹੜੇ ਬਵਾਸੀਰ ਹੈਗੇ ਆ ਉਹਦਾ ਦਰਦ ਵੀ ਨਹੀਂ ਹੁੰਦਾ। ਫਿਜ਼ੀਕਲੀ ਐਕਟਿਵ ਰਹਿੰਦੇ ਆ, ਅਗਰ ਚੱਲਦੇ ਫਿਰਦੇ ਰਹਿੰਦੇ ਆ, ਮੂਵਮੈਂਟ ਰਹਿੰਦੀ ਆ, ਐਕਸਰਸਾਈਜ਼ ਰਹਿੰਦੀ ਆ, ਉਹਦੇ ਨਾਲ ਵੀ ਤੁਹਾਡੀ ਜਿਹੜੀ ਕੰਸਟੀਪੇਸ਼ਨ ਦੇ ਚਾਂਸਸ ਹੈਗੇ ਆ ਉਹ ਘਟ ਜਾਂਦੇ ਆ। ਤੇ ਜੇ ਕੰਸਟੀਪੇਸ਼ਨ ਨਹੀਂ ਹੋਏਗੀ ਤੇ ਤੁਹਾਡੀ ਬਵਾਸੀਰ ਵੀ ਨਹੀਂ ਹੋਏਗੀ। ਜੇ ਹਾਈ ਫਾਈਬਰ ਫੂਡ ਲੈਂਦੇ ਆ ਤੇ ਫਾਈਬਰ ਸਪਲੀਮੈਂਟਸ ਲੈਂਦੇ ਆ, ਜੇ ਫਾਈਬਰ ਉੱਦਾਂ ਨਹੀਂ ਲੈਂਦੇ ਤੇ ਫਾਈਬਰ ਸਪਲੀਮੈਂਟਸ ਲੈਂਦੇ ਆ, ਮੈਟਾਮੋਕਸਿਲ ਹੈਗੀ ਆ ਇੱਕ ਉਹ ਲੈਂਦੇ ਆ, ਜਾਂ ਕੋਈ ਹੋਰ ਜਿਸ ਤਰ੍ਹਾਂ ਕਈ ਬਾਜ਼ਾਰ ਦੇ ਵਿੱਚ ਸਪਲੀਮੈਂਟਸ ਮਿਲਦੇ ਹੈਗੇ ਆ, ਉਹ ਅਗਰ ਤੁਸੀਂ ਯੂਜ਼ ਕਰਦੇ ਹੈਗੇ ਆ ਤੇ ਉਹਨਾਂ ਦੇ ਨਾਲ ਵੀ ਤੁਹਾਡੀ ਜਿਹੜੀ ਫਾਈਬਰ ਕੰਟੈਂਟ ਹੈਗਾ ਭੋਜਨ ਦਾ ਉਹ ਠੀਕ ਰਹਿੰਦਾ ਆ, ਤੇ ਉਹਦੇ ਨਾਲ ਸਟੂਲ ਦੀ ਬਲਕ ਵੀ ਬਣ ਜਾਂਦੀ ਆ ਔਰ ਤੁਹਾਨੂੰ ਕਬਜ਼ੀ ਵੀ ਨਹੀਂ ਹੁੰਦੀ। ਔਰ ਮੈਂ ਤੇ ਆਪਣੇ ਪੇਸ਼ੈਂਟਸ ਨੂੰ ਇਹ ਕਹਿੰਦਾ ਆ ਕਿ ਜਿਨ੍ਹਾਂ ਨੂੰ ਇਹ ਪਾਇਲਸ ਦੀ ਪ੍ਰੋਬਲਮ ਹੈਗੀ ਆ, ਕਿ ਜਦੋਂ ਵੀ ਤੁਸੀਂ ਖਾਣਾ ਖਾਣਾ ਆ ਉਸ ਤੋਂ ਪਹਿਲਾਂ ਇੱਕ ਪਲੇਟ ਜਿਹੜੀ ਹੈਗੀ ਆ ਤੁਹਾਡੀ ਸਲਾਦ ਦੀ ਜ਼ਰੂਰ ਹੋਣੀ ਚਾਹੀਦੀ ਆ। ਹਰ ਵੇਲੇ ਜਦੋਂ ਵੀ ਖਾਣਾ ਖਾਣ ਬੈਠੋ ਇੱਕ ਪਲੇਟ ਪਹਿਲਾਂ ਖਾਣੇ ਦੇ ਪਹਿਲਾਂ ਹੀ ਆਪਣੀ ਫਾਈਬਰ ਦੀ ਔਰ ਸਲਾਦ ਦੀ ਲੈ ਲਓ। ਜੇ ਸਲਾਦ ਤੁਸੀਂ ਐਨਫ ਲੈਂਦੇ ਆ ਤੇ ਤੁਹਾਨੂੰ ਕਦੀ ਵੀ ਬਵਾਸੀਰ ਦੀ ਪ੍ਰੋਬਲਮ ਔਰ ਕਬਜ਼ੀ ਦੀ ਪ੍ਰੋਬਲਮ ਕਦੀ ਨਹੀਂ ਹੋ ਸਕਦੀ। ਜੇ ਕਬਜ਼ੀ ਨਹੀਂ ਹੋਏਗੀ ਤਾਂ ਬਵਾਸੀਰ ਕਦੀ ਵੀ ਨਹੀਂ ਹੋਏਗੀ। ਨਾਟ ਓਨਲੀ ਬਵਾਸੀਰ, ਕੋਈ ਵੀ ਤੁਹਾਡੀ ਗੁਦਾ ਦੀ ਕੋਈ ਵੀ ਬਿਮਾਰੀ ਨਹੀਂ ਹੋਏਗੀ, ਉਹਦੇ ਵਿੱਚ ਕੋਈ ਵੀ ਤੁਹਾਨੂੰ ਨਾ ਕੋਈ ਕੈਂਸਰ ਦੀ ਬਿਮਾਰੀ, ਨਾ ਕੋਈ ਰਸੌਲੀ ਦੀ ਬਿਮਾਰੀ, ਨਾ ਕੋਈ ਟੀਅਰ ਦੀ ਬਿਮਾਰੀ, ਨਾ ਕੋਈ ਕਿਸੇ ਵੀ ਤਰੀਕੇ ਦੀ ਗੁਦਾ ਦੀ ਬਿਮਾਰੀ ਨਹੀਂ ਹੋ ਸਕਦੀ ਜੇ ਤੁਸੀਂ ਹਰ ਖਾਣੇ ਤੋਂ ਪਹਿਲਾਂ ਆਪਣਾ ਫਾਈਬਰ ਲੈਂਦੇ ਆ ਜਾਂ ਸਲਾਦ ਲੈਂਦੇ ਹੈਗੇ ਆ।
ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ। ਜਿਹੜੀਆਂ ਓਵਰ ਦੀ ਕਾਊਂਟਰ ਮੈਡੀਸਿਨਸ ਹੈ ਲਾਈਕ ਇਬੂਬਰੋਫਿਨ, ਉਹ ਟੈਂਪਰੇਰੀ ਤੌਰ ਦੇ ਉੱਤੇ ਤੁਸੀਂ ਦਰਦ ਉਹਦੇ ਨਾਲ ਠੀਕ ਕਰ ਸਕਦੇ ਆ। ਜਾਂ ਕਈ ਵਾਰੀ ਜਿੱਦਾਂ ਬੱਚਿਆਂ ਨੂੰ ਅਸੀਂ ਸਪੋਜ਼ਿਟਰੀਜ਼ ਦਿੰਦੇ ਆ, ਜਿੱਦਾਂ ਉਹਨਾਂ ਨੂੰ ਅਸੀਂ ਬੱਤੀ ਕਹਿੰਦੇ ਆ ਕਿ ਬੱਤੀ ਲੈ ਲਓ, ਬੱਚਿਆਂ ਨੂੰ ਬੱਤੀ ਦੇ ਦਿੰਦੇ ਆ, ਉਹਦੇ ਨਾਲ ਜਿਹੜੇ ਸਟੂਲਸ ਹੈਗੇ ਆ ਉਹ ਸੌਫਨ ਹੋ ਜਾਂਦੇ ਆ, ਹਾਰਡ ਸਟੂਲ ਜਿਹੜੇ ਆ ਉਹ ਨਰਮ ਹੋ ਜਾਂਦੇ ਆ, ਤੇ ਬੱਚਿਆਂ ਦੇ ਵਿੱਚ ਕਬਜ਼ ਜਿਹੜੀ ਹੁੰਦੀ ਆ ਉਹਨੂੰ ਅਸੀਂ ਬੱਤੀ ਦੇ ਕੇ ਠੀਕ ਕਰ ਸਕਦੇ ਹੈਗੇ ਆ। ਸਿਆਣੇ ਵੀ ਲੈ ਸਕਦੇ ਆ ਜੇ ਜ਼ਿਆਦਾ ਸਟੂਲ ਜਿਹੜੇ ਹੈਗੇ ਆ ਉਹ ਸਖਤ ਹੋਏ ਹੋਏ ਹੈਗੇ ਆ। ਪ੍ਰੀਵੈਂਟ ਕਿੱਦਾਂ ਕਰ ਸਕਦੇ ਆ? ਜਿਹੜਾ ਬਹੁਤ ਵਧੀਆ ਤਰੀਕਾ ਹੈਗਾ ਆ ਸਟੂਲਸ ਨੂੰ ਸੌਫਟ ਰੱਖਣ ਲਈ ਤੇ ਪਾਈਲਸ ਨੂੰ ਠੀਕ ਕਰਨ ਦੇ ਲਈ, ਈਟ ਹਾਈ ਫਾਈਬਰ ਫੂਡ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜਿੰਨੀ ਫਾਈਬਰ ਤੁਸੀਂ ਜ਼ਿਆਦਾ ਲਾਓਗੇ, ਜਿੰਨਾ ਸਲਾਦ ਵਗੈਰਾ ਜ਼ਿਆਦਾ ਲਾਓਗੇ, ਵੈਜੀਟੇਬਲ ਫਰੂਟਸ ਜ਼ਿਆਦਾ ਲਾਓਗੇ, ਉਹ ਤੁਹਾਡੇ ਸਟੂਲਸ ਨੂੰ ਨਰਮ ਕਰ ਦੇਗਾ ਔਰ ਉਹ ਕਬਜ਼ ਨਹੀਂ ਹੋਣ ਦੇਗਾ। ਪਲੈਂਟੀ ਆਫ ਫਲੂਇਡਸ, ਜਿੰਨਾ 8-10 ਗਲਾਸ ਡੇਲੀ ਤੁਸੀਂ ਮਿਨੀਮਮ ਪਾਣੀ ਦੇ ਪੀਣੇ ਹੈਗੇ ਆ। ਜਿਹੜੇ ਫਾਈਬਰ ਸਪਲੀਮੈਂਟਸ ਹੈਗੇ ਆ, ਸੀਲੀਅਮ ਹੈਗਾ, ਮਿਥਾਈਲ ਸੈਲੂਲੋਜ਼ ਹੈਗਾ, ਇਹ ਤੁਸੀਂ ਲੈਣੇ ਆ। ਜਦੋਂ ਤੁਸੀਂ ਲੈਟਰਿਨ ਕਰਨ ਬੈਠੋ ਬਹੁਤਾ ਸਟ੍ਰੇਨ ਨਹੀਂ ਕਰਨਾ ਚਾਹੀਦਾ। ਸਟ੍ਰੇਨ ਕਰਨ ਦੇ ਨਾਲ, ਜ਼ਿਆਦਾ ਜ਼ੋਰ ਲਗਾਉਣ ਦੇ ਨਾਲ ਸਿਰਫ ਤੁਹਾਡੀਆਂ ਗੁਦਾ ਦੇ ਉੱਤੇ ਨਹੀਂ ਫਰਕ ਪਏਗਾ, ਤੁਹਾਡੇ ਦਿਮਾਗ ਦੇ ਉੱਤੇ ਵੀ ਨਾੜੀਆਂ, ਕਈ ਵਾਰੀ ਕਈਆਂ ਲੋਕਾਂ ਦੀਆਂ ਨਾੜੀਆਂ ਦਿਮਾਗ ਦੀਆਂ ਵੀ ਫਟ ਜਾਂਦੀਆਂ ਆ ਜਦੋਂ ਤੁਸੀਂ ਜ਼ਿਆਦਾ ਸਟ੍ਰੇਨ ਕਰਦੇ ਹੈ। ਤੇ ਲੈਟਰਿਨ ਉਦੋਂ ਜਾਣਾ ਚਾਹੀਦਾ ਇੱਕਦਮ ਜਦੋਂ ਤੁਹਾਨੂੰ ਅਰਜ ਹੋਵੇ, ਤੁਹਾਨੂੰ ਹਾਜਤ ਹੋ ਜਾਏ, ਜਿਹਨੂੰ ਹਾਜਤ ਪੰਜਾਬੀ ਚ ਅਸੀਂ ਕਹਿੰਦੇ ਆ। ਜੇ ਹਾਜਤ ਜਦੋਂ ਵੀ ਹੁੰਦੀ ਆ ਉਸ ਵੇਲੇ ਹੀ ਤੁਸੀਂ ਚੱਲ ਜਾਓ। ਅਗਰ ਉਹ ਹਾਜਤ ਜਿਹੜੀ ਆ ਉਹ ਤੁਸੀਂ ਇਗਨੋਰ ਕਰ ਦਿੱਤੀ ਆ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਕਈ ਵਾਰੀ ਕਬਜ਼ ਦੇ ਸਹਿਣੀ ਪੈਂਦੀ ਹੈਗੀ ਆ। ਇਸ ਕਰਕੇ ਜਦੋਂ ਵੀ ਤੁਹਾਨੂੰ ਹਾਜਤ ਹੋਵੇ ਉਸ ਵੇਲੇ ਉਹਨੂੰ ਡਿਲੇ ਨਹੀਂ ਕਰਨਾ ਚਾਹੀਦਾ। ਕਈ ਵਾਰੀ ਅਸੀਂ ਕੰਮ ਦੇ ਵਿੱਚ ਉਹਨੂੰ ਡਿਲੇ ਕਰ ਦਿੰਦੇ ਆ ਤਾਂ ਉਹਦੇ ਨਾਲ ਸਾਨੂੰ ਕਬਜ਼ ਦੀ ਫਿਰ ਆਦਤ ਬਣ ਜਾਂਦੀ ਆ, ਤਾਂ ਫਿਰ ਉਹ ਕਬਜ਼ ਹਮੇਸ਼ਾ ਲਈ ਸਾਡੇ ਲਈ ਇੱਕ ਬਹੁਤ ਸਰਾਪ ਬਣ ਜਾਂਦਾ ਹੈਗਾ ਆ। ਡੇਲੀ ਐਕਸਰਸਾਈਜ਼ ਅਗਰ ਅਸੀਂ ਕਰਦੇ ਆ ਤਾਂ ਸਾਡੀ ਸਾਰੀ ਬਾਡੀ ਦੇ ਨਾਲ ਨਾਲ ਸਾਡੀ ਜਿਹੜੀ ਗੱਟ ਹੈਗੀ ਆ ਜਾਂ ਸਾਡੀ ਪਾਚਨ ਸ਼ਕਤੀ ਹੈਗੀ ਆ ਉਹ ਵੀ ਮੂਵ ਕਰਦੀ ਆ, ਤਾਂ ਉਹਦੇ ਨਾਲ ਵੀ ਸਾਨੂੰ ਜਿਹੜੀ ਕਬਜ਼ੀ ਹੈਗੀ ਆ ਉਹ ਨਹੀਂ ਹੋਣ ਦਿੰਦੀ। ਤੇ ਜ਼ਿਆਦਾ ਦੇਰ ਜਿਹੜੇ ਲੋਕ ਬੈਠਦੇ ਰਹਿੰਦੇ ਹੈਗੇ ਆ ਉਹਨਾਂ ਨੂੰ ਵੀ ਇਹ ਮੇਰੀ ਸੁਜੈਸ਼ਨ ਆ ਕਿ ਬਹੁਤੀ ਦੇਰ ਬੈਠਣਾ ਨਹੀਂ ਚਾਹੀਦਾ। ਉਹ ਆਪਣੇ ਥੋੜੀ ਦੇਰ ਉੱਠ ਕੇ ਥੋੜਾ ਬਹੁਤ ਤੁਰ ਫਿਰ ਕੇ ਫਿਰ ਦੁਬਾਰਾ ਬੈਠ ਸਕਦੇ ਹੈਗੇ ਆ। ਇਹ ਕੁਛ ਇੱਕ ਗੱਲਾਂ ਸੀ ਜਿਹੜੀਆਂ ਕਿ ਅਸੀਂ ਇਸ ਬਿਮਾਰੀ ਤੋਂ ਰਾਹਤ ਲੈ ਸਕਦੇ ਹਾਂ ਔਰ ਠੀਕ ਕਰ ਸਕਦੇ ਹਾਂ ਘਰੇਲੂ ਨੁਸਖਿਆਂ ਦੇ ਨਾਲ। ਅਗਰ ਅਸੀਂ ਇਹਨਾਂ ਨੁਸਖਿਆਂ ਦੇ ਵਿੱਚ ਔਰ ਅਗਰ ਇਹਨਾਂ ਸਾਵਧਾਨੀਆਂ ਨੂੰ ਨਹੀਂ ਵਰਤਾਂਗੇ ਤਾਂ ਫਿਰ ਸਾਨੂੰ ਚਾਕੂ ਦੀ ਲੋੜ ਪੈ ਜਾਏਗੀ ਕਿ ਚਾਕੂ ਦੇ ਨਾਲ ਫਿਰ ਸਾਨੂੰ ਕਟਾਉਣੇ ਪੈਣਗੇ ਔਰ ਇਹ ਇੱਕ ਬਹੁਤ ਡਿਫਿਕਲਟ ਔਰ ਬਹੁਤ ਪੇਨਫੁਲ ਜਿਹੜਾ ਐਕਸਪੀਰੀਅੰਸ ਦੇਖਣ ਨੂੰ ਮਿਲਦਾ ਹੈਗਾ ਆ। ਔਰ ਇਹਦੀ ਪ੍ਰੋਬਲਮ ਵੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੁੰਦੀ ਹੈ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਥੈਂਕਸ, ਬਹੁਤ ਤੁਸੀਂ ਪੇਸ਼ੈਂਟਲੀ ਸੁਣਿਆ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਥੈਂਕ ਯੂ। ਅਗਰ ਕਿਸੇ ਦਾ ਕੁਐਸਚਨ ਹੈਗਾ ਤਾਂ ਪਲੀਜ਼ ਅਨਮਿਊਟ ਕਰਕੇ ਪੁੱਛ ਸਕਦੇ ਆ। ਜੀ ਡਾਕਟਰ ਸਾਹਿਬ, ਤੁਸੀਂ ਜਿਵੇਂ ਕਿ ਦੱਸਿਆ ਹੈਗਾ ਬਵਾਸੀਰ ਦਾ ਅੱਜ ਦੇ ਟੌਪਿਕ ਦੇ ਵਿੱਚ, ਤੇ ਇਹਦੇ ਸਰ ਜਿਹੜੇ ਮਤਲਬ ਕਿਹੜੇ ਸਿੰਪਟਮਸ ਜਿਹੜੇ ਸਭ ਤੋਂ ਹਾਈਐਸਟ ਆਉਂਦੇ ਹੈਗੇ ਆ ਜਿੱਥੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਹਾਂ ਸਾਨੂੰ ਇਹ ਪ੍ਰੋਬਲਮ ਸਟਾਰਟ ਹੋ ਗਈ ਹੈ? ਇੱਕ ਤਾਂ ਸਭ ਤੋਂ ਵੱਡੀ ਪ੍ਰੋਬਲਮ ਬਲੀਡਿੰਗ ਦੀ ਹੈ। ਉਸ ਵੇਲੇ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਲੈਟਰਿਨ ਤੋਂ ਬਾਅਦ ਹੱਥ ਧੋਨੇ ਆ ਤੇ ਸਾਡੇ ਹੱਥ ਨੂੰ ਬਲੱਡ ਲੱਗ ਜਾਂਦਾ ਹੈਗਾ, ਜਾਂ ਫਿਰ ਜਦੋਂ ਅਸੀਂ ਵਾਈਪ ਕਰਦੇ ਆ ਟਾਇਲਟ ਪੇਪਰ ਦੇ ਨਾਲ ਤੇ ਟਾਇਲਟ ਪੇਪਰ ਦੇ ਉੱਤੇ ਕਈ ਵਾਰੀ ਬਲੱਡ ਆ ਜਾਂਦਾ ਹੈਗਾ ਆ। ਕਈ ਵਾਰੀ ਫਿਰ ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਲੈਟਰਿਨ ਕਰਕੇ ਬਾਵਲ ਦੇ ਆਪਣੇ ਬਾਉਲ ਦੇ ਤੋਂ ਉੱਠਦੇ ਆ ਤਾਂ ਕਈ ਵਾਰੀ ਬਾਉਲ ਦੇ ਵਿੱਚ ਤੁਪਕੇ ਗਿਰੇ ਹੋਏ ਹੁੰਦੇ ਹੈਗੇ ਆ ਖੂਨ ਦੇ। ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਫਿਰ ਸਾਨੂੰ ਆਉਂਦਾ ਹੈ ਕਿ ਕਿਉਂ ਹੋਇਆ ਹੈ। ਫਿਰ ਸਾਨੂੰ ਮਹਿਸੂਸ ਹੁੰਦਾ ਹੈ ਕਿ ਕਿਤੇ ਮੇਰੇ ਇਸ ਤਰ੍ਹਾਂ ਮਤਲਬ ਪਾਈਲਸ ਦੀ ਸ਼ਕਲ ਜਾਂ ਬਵਾਸੀਰ ਤਾਂ ਨਹੀਂ ਹੈ। ਤੇ ਕਈ ਵਾਰੀ ਜਦੋਂ ਅਸੀਂ ਹੱਥ ਧੋਨੇ ਆ, ਕਈਆਂ ਮਤਲਬ ਟਾਇਲਟ ਪੇਪਰ ਨਹੀਂ ਯੂਜ਼ ਕਰਦੇ, ਉਹ ਪਾਣੀ ਦੇ ਨਾਲ ਧੋਂਦੇ ਹੈਗੇ ਆ ਤੇ ਉਹਨਾਂ ਨੂੰ ਕਈ ਵਾਰੀ
ਕੁਛ ਇੱਕ ਨਰਮ ਚੀਜ਼ਾਂ ਜਿਹੜੇ ਮੋਕੇ ਹੈਗੇ ਆ ਉਹ ਹੱਥਾਂ ਨੂੰ ਟੱਚ ਹੁੰਦੇ ਆ ਤਾਂ ਉਹ ਵੀ ਸਿੰਪਟਮ ਹੈਗਾ, ਪਰ ਤਕਲੀਫ ਕੋਈ ਨਹੀਂ ਹੁੰਦੀ। ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਆ, ਤਾਂ ਫਿਰ ਉਹ ਬਵਾਸੀਰ ਦਾ ਇਲਾਜ ਕਰਦੇ ਹੈਗੇ ਆ। ਇਹੀ ਹੈਗੀਆਂ, ਪਰ ਲੇਟਰ ਸਟੇਜ ਦੇ ਵਿੱਚ ਇਹਦੇ ਵਿੱਚ ਦਰਦ ਵੀ ਹੋ ਸਕਦਾ, ਬਲੀਡਿੰਗ ਵੀ ਹੋ ਸਕਦੀ ਆ, ਔਰ ਇਹਦੇ ਵਿੱਚ ਇਰੀਟੇਸ਼ਨ, ਖਾਰਸ਼ ਵਗੈਰਾ ਸਭ ਚੀਜ਼ਾਂ ਹੋ ਸਕਦੀਆਂ ਜੀ। ਕੋਈ ਸਵਾਲ ਪੁੱਛਣਾ ਚਾਹੁੰਦਾ ਹੈ? ਜੀ ਡਾਕਟਰ ਸਾਹਿਬ, ਔਰ ਇਹਦੇ ਵਿੱਚ ਆਪਾਂ ਕਿਹੜੀਆਂ ਚੀਜ਼ਾਂ ਮੇਨਲੀ ਅਵੋਇਡ ਕਰਨੀਆਂ, ਜਿਵੇਂ ਕਿ ਚਾਹ ਹੈਗੀ ਆ ਜਾਂ ਕਫੀਨ ਯੁਕਤ ਜਿਹੜੀਆਂ ਚੀਜ਼ਾਂ ਆ, ਜਾਂ ਫਿਰ ਨੌਨ ਵੈਜ ਹੈ, ਜਾਂ ਇਦਾਂ ਦੀਆਂ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਇਹਦੇ ਵਿੱਚ ਅਵੋਇਡ ਕਰਨੀਆਂ? ਇਹਦੇ ਵਿੱਚ ਅਵੋਇਡ ਉਹ ਚੀਜ਼ਾਂ ਕਰਨੀਆਂ ਜਿਹੜੀਆਂ ਸਾਨੂੰ ਕਬਜ਼ ਦਿੰਦੀਆਂ ਹੈਗੀਆਂ। ਚਾਹ ਦਾ ਕੋਈ ਰੋਲ ਕਬਜ਼ ਦੇ ਵਿੱਚ ਨਹੀਂ ਹੈ। ਜਿਹੜੀ ਵੀ ਚੀਜ਼ ਸਾਨੂੰ ਕਬਜ਼ ਦੇਗੀ, ਜਿੱਦਾਂ ਸਾਡਾ ਵਾਈਟ ਆਟਾ ਹੈਗਾ ਆ, ਰਿਫਾਈਨਡ ਆਟਾ ਹੈਗਾ ਆ, ਜਾਂ ਸੂਜੀ ਹੈਗੀ ਆ, ਜਾਂ ਮੈਦਾ ਹੈਗਾ ਆ, ਇਹਨਾਂ ਨਾਲ ਕੀ ਹੁੰਦਾ ਆ ਕਿ ਇਹ ਜਦੋਂ ਅਸੀਂ ਖਾਂਦੇ ਆ, ਇਹ ਸਾਰੇ ਦਾ ਸਾਰਾ ਤਾਂ ਅਬਜ਼ੌਰਬ ਨਹੀਂ ਹੁੰਦਾ। ਇਹਦੇ ਵਿੱਚ ਕੁਛ ਨਾ ਕੁਛ ਹੈ, ਜਿੱਦਾਂ ਲੇਵੀ ਬਣ ਜਾਂਦੀ ਹੈ ਨਾ ਬਾਹਰ। ਅਸੀਂ ਜਦੋਂ ਲੇਵੀ ਬਣਾਉਂਦੇ ਆ ਮੈਦੇ ਦੀ, ਤਾਂ ਇਸੇ ਤਰੀਕੇ ਦੇ ਨਾਲ ਲੇਵੀ ਜਿਹੜੀ ਹੈਗੀ ਆ ਉਹ ਸਾਡੀ ਲੈਟਰਿਨ ਦੀ ਲੇਵੀ ਬਣ ਜਾਂਦੀ ਹੈਗੀ ਆ। ਉਹਦੇ ਨਾਲ ਉਹ ਜਿਹੜੀ ਇੱਕ ਮਤਲਬ ਲੈਟਰਿਨ ਹੈਗੀ ਆ ਉਹ ਸਖਤ ਹੋ ਜਾਂਦੀ ਹੈਗੀ ਆ। ਉਹ ਸਖਤ ਲੈਟਰਿਨ ਜਿਹੜੀ ਪਾਸ ਕਰਨੀ ਸਾਡੇ ਤੋਂ ਬਹੁਤ ਔਖੀ ਹੁੰਦੀ ਹੈਗੀ ਆ। ਪਰ ਜੇ ਅਸੀਂ ਸਬਜ਼ੀਆਂ ਵਗੈਰਾ ਜ਼ਿਆਦਾ ਖਾਂਦੇ ਆ, ਫਾਈਬਰ ਵਗੈਰਾ ਜ਼ਿਆਦਾ ਖਾਂਦੇ ਆ, ਉਹਦੇ ਨਾਲ ਜਿਹੜੀ ਸਾਡੀ ਲੈਟਰਿਨ ਹੈਗੀ ਆ ਉਹ ਭੁਰਭੁਰੀ ਹੁੰਦੀ ਆ, ਉਹ ਜੁੜਦੀ ਨਹੀਂ ਇੱਕ ਦੂਜੇ ਦੇ ਨਾਲ, ਜੁੜੀ ਨਹੀਂ ਹੁੰਦੀ, ਉਹ ਸੈਪਰੇਟ ਹੁੰਦੀ ਆ। ਔਰ ਉਹਦੇ ਨਾਲ ਕੀ ਆ ਕਿ ਉਹ ਜਦੋਂ ਅਸੀਂ ਪਾਸ ਕਰਦੇ ਹੈਗੇ ਤਾਂ ਉਹ ਆਪਣੇ ਆਪ ਈਜ਼ੀਲੀ ਪਾਸ ਹੋ ਜਾਂਦੀ ਹੈਗੀ ਆ। ਇਸ ਲਈ ਜਿਹੜੇ ਫਾਈਬਰ ਹੈਗੀ ਆ ਉਹ ਬਹੁਤ ਜ਼ਰੂਰੀ ਹੈਗੀ ਆ। ਤੇ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ, ਜਿਸ ਤਰ੍ਹਾਂ ਮੀਟ ਹੈਗੀ ਆ, ਉਹਦੇ ਨਾਲ ਵੀ ਬਲਕ ਨਹੀਂ ਬਣਨੀ। ਜਿਸ ਤਰ੍ਹਾਂ ਮੀਟ, ਅੰਡੇ ਔਰ ਇਹ ਚੀਜ਼ਾਂ ਹੈਗੀਆਂ, ਇਹਨਾਂ ਦੇ ਨਾਲ ਜਦੋਂ ਇਹ ਲੈਣੇ ਆ ਤੇ ਇਹਦੇ ਨਾਲ ਸਬਜ਼ੀਆਂ ਵਗੈਰਾ ਜ਼ਰੂਰੀ ਖਾਣੀਆਂ ਚਾਹੀਦੀਆਂ, ਕਿਉਂਕਿ ਇਹ ਤਾਂ ਮਤਲਬ ਜਿੰਨੇ ਦੇ ਜਿੰਨੇ ਹੈਗੇ ਆ ਇਹ ਸਾਰੇ ਦੇ ਸਾਰੇ ਅਬਜ਼ੌਰਬ ਹੋ ਜਾਣੇ ਆ। ਇਹਨਾਂ ਦੇ ਵਿੱਚੋਂ ਫੋਕਟ ਕੁਝ ਬਚਣਾ ਹੀ ਨਹੀਂ ਹੈ। ਜਿਹੜੀ ਚੀਜ਼ ਫੋਕਟ ਬਚਣੀ ਹੈਗੀ ਆ ਉਹ ਸਬਜ਼ੀਆਂ ਦੇ ਵਿੱਚ ਬਚਣੀ ਆ ਤੇ ਨਾਲ ਫਰੂਟਸ ਦੇ ਵਿੱਚ ਬਚਣੀ ਆ, ਕਿਉਂਕਿ ਫਰੂਟ ਔਰ ਸਬਜ਼ੀਆਂ ਦੇ ਵਿੱਚ ਜਿਹੜੇ ਤੱਤ ਹੈਗੇ ਆ ਉਹ ਤਾਂ ਅਸੀਂ ਅਬਜ਼ੌਰਬ ਕਰ ਲੈਣੇ ਹੈਗੇ ਆ। ਜਿਹੜੀ ਬਾਅਦ ਦੇ ਵਿੱਚ ਫਾਈਬਰ ਹੈਗੀ ਆ ਉਹ ਅਬਜ਼ੌਰਬ ਨਹੀਂ ਹੋਣੀ, ਉਹ ਨਾ ਅਸੀਂ, ਉਹ ਸਾਡੇ ਲਈ ਕੋਈ ਹੋਰ ਉਹਦਾ ਕੋਈ ਫਾਇਦਾ ਨਹੀਂ ਹੈ। ਉਹ ਸਾਰੀ ਦੀ ਸਾਰੀ ਫਾਈਬਰ ਬਾਹਰ ਨਿਕਲਣੀ ਹੈਗੀ ਆ। ਔਰ ਜਦੋਂ ਉਹ ਬਾਹਰ ਨਿਕਲਣੀ ਹੈ ਤਾਂ ਉਹਨੇ ਇੱਕ ਝਾੜੂ ਦਾ ਕੰਮ ਕਰਨਾ ਆ ਕਿ ਉਹ ਨਾਲ ਆਪਣੇ ਸਾਰੇ ਲੈਟਰਿਨ ਦੇ ਹੋਰ ਚੀਜ਼ਾਂ ਵੀ ਨਾਲ ਲੈ ਜਾਣੀਆਂ ਹੈਗੀਆਂ। ਉਹਨੂੰ ਅਸੀਂ ਇੱਕ ਤਰ੍ਹਾਂ ਦਾ ਝਾੜੂ ਵਾਂਗੂ ਇਸਤੇਮਾਲ ਕਰਨਾ ਹੈ। ਉਹਦਾ ਸਾਨੂੰ ਹੋਰ ਉਹਦੀ ਖੁਰਾਕ ਦਾ ਕੋਈ ਸਾਨੂੰ ਫਾਇਦਾ ਨਹੀਂ ਹੈ। ਖੁਰਾਕੀ ਜਿਹੜੇ ਤੱਤ ਹੈਗੇ ਆ ਉਹ ਸਾਡੀ ਬਾਡੀ ਨੇ ਅੰਦਰ ਪਹਿਲਾਂ ਹੀ ਅਬਜ਼ੌਰਵ ਕਰ ਲਏ ਆ। ਸਬਜ਼ੀਆਂ ਦੇ ਵਿੱਚ, ਫਰੂਟ ਦੇ ਵਿੱਚ ਜੋ ਤੱਤ ਹੈਗੇ ਆ ਉਹ ਪਹਿਲਾਂ ਹੀ ਅਬਜ਼ੌਰਵ ਹੋ ਗਏ ਆ। ਜਿਹੜੀ ਉਹ ਫੋਕਟ ਹੈਗੀ ਆ, ਫਾਈਬਰ ਹੈਗੀ ਆ, ਉਹ ਸਿਰਫ ਇੱਕ ਝਾੜੂ ਦਾ ਕੰਮ ਕਰਕੇ ਸਾਡੀ ਲੈਟਰਿਨ ਨੂੰ ਪਾਸ ਕਰ ਦੇਣਾ ਆ, ਈਜ਼ੀਲੀ ਪਾਸ ਕਰ ਦੇਣਾ ਆ। ਇਸ ਕਰਕੇ ਸਾਨੂੰ ਉਹ ਵੀ ਬਹੁਤ ਜ਼ਰੂਰੀ ਹੈਗੀ ਆ। ਜੀ ਡਾਕਟਰ ਸਾਹਿਬ, ਥੈਂਕ ਯੂ। ਅਗਰ ਕਿਸੇ ਦਾ ਕੁਐਸਚਨ ਹੈ ਤਾਂ ਪਲੀਜ਼ ਉਹ ਪੁੱਛ ਸਕਦੇ ਆ ਰਿਗਾਰਡਿੰਗ ਕੋਈ ਵੀ ਪ੍ਰੋਬਲਮ ਦੇ, ਨੋਟ ਓਨਲੀ ਹੈਮਰੋਇਡਸ, ਹੋਰ ਵੀ ਕਿਸੇ ਨੂੰ ਕੋਈ ਡਿਸੀਜ਼ ਦੇ ਰਿਗਾਰਡਿੰਗ ਪੁੱਛਣਾ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਅਦਰਵਾਈਜ਼ ਆਪਾਂ ਅੱਜ ਦਾ ਟੌਪਿਕ ਆਪਣਾ ਇੱਥੇ ਹੀ ਕਲੋਜ਼ ਕਰਨਾ ਹੈ। ਹੋਪ ਤੁਸੀਂ ਸਾਰਿਆਂ ਨੂੰ ਜੀ। ਹੈਲੋ ਜੀ ਮੈਮ। ਹਾਂਜੀ ਡਾਕਟਰ ਸਾਹਿਬ, ਜਿਹੜੇ ਲੈਟਰਿਨ ਕਈ ਵਾਰੀ ਹੁੰਦਾ ਬਲੱਡ ਵੈਸੇ ਹੀ ਆ ਜਾਂਦਾ, ਇੱਕ ਕਨਫਰਮ ਹੁੰਦਾ ਬਵਾਸੀਰ ਹੈਗੀ ਹੈ, ਇਹ ਕਿਸ ਤਰ੍ਹਾਂ ਪਤਾ ਕਨਫਰਮ ਹੋਏਗਾ ਕਿ ਬਵਾਸੀਰ ਹੈ? ਇੱਕ ਤਾਂ ਇਹ ਹੈ ਪੇਨਲੈਸ, ਅਗਰ ਹੈ ਕੋਈ ਦਰਦ ਨਹੀਂ ਹੋਇਆ ਤਾਂ ਫਿਰ, ਔਰ ਉਮਰ ਦੇ ਵਿੱਚ ਵੀ ਦੇਖਦੇ ਹੈਗੇ ਆ ਕਿ ਜ਼ਿਆਦਾਤਰ ਅਗਰ ਯੰਗ ਏਜ ਦੇ ਵਿੱਚ ਹੋ ਜਾਂਦਾ ਹੈਗਾ ਆ ਤਾਂ ਫਿਰ ਇਹ ਅਸੀਂ ਸਮਝਦੇ ਹਾਂ ਕਿ ਇਹ ਬਵਾਸੀਰ ਹੈਗੀ ਆ। ਕਿਉਂਕਿ ਅਗਰ ਮਤਲਬ ਜ਼ਿਆਦਾ ਉਮਰ ਦੇ ਵਿੱਚ ਹੈਗਾ, ਜ਼ਿਆਦਾ ਉਮਰ ਹੈਗੀ ਆ, ਸਿਆਣੇ ਹੈਗੇ ਲੋਕ, ਜੇ ਉਹਨਾਂ 'ਚ ਹੋਵੇ ਤਾਂ ਸਾਨੂੰ ਫਿਰ ਰਸੌਲੀ ਦਾ ਸ਼ੱਕ ਪੈਂਦਾ ਹੈ ਕਿ ਕਿਤੇ ਰਸੌਲੀ ਨਾ ਹੋਵੇ। ਤੇ ਜੇ ਯੰਗ ਏਜ ਦੇ ਵਿੱਚ ਹੁੰਦਾ ਤਾਂ ਸਭ ਤੋਂ ਪਹਿਲਾਂ ਡਾਇਗਨੋਸਿਸ ਇਹੀ ਹੁੰਦਾ ਆ ਕਿ ਇਹ ਪਾਈਲਸ ਹੈਗੇ ਆ, ਬਵਾਸੀਰ ਹੈਗੀ ਆ। ਤੇ ਜੇ ਦਰਦ ਹੁੰਦਾ ਆ ਤਾਂ ਫਿਰ ਬਵਾਸੀਰ ਵੀ ਹੋ ਸਕਦੀ ਆ ਤੇ ਨਾਲ ਹੋਰ ਵੀ ਪ੍ਰੋਬਲਮ ਹੋ ਸਕਦੀ, ਟੀਅਰ ਵੀ ਹੋ ਸਕਦੀ ਹੈਗੀ ਆ। ਠੀਕ ਹੈ, ਥੈਂਕ ਯੂ ਡਾਕਟਰ ਸਾਹਿਬ।
ਉਹ ਅਸੀਂ ਡਾਕਟਰ ਜਿਹੜੇ ਜਦੋਂ ਆਲਾ ਪਾ ਕੇ ਅੰਦਰ ਦੇਖਦੇ ਆ ਤੇ ਉਹਨਾਂ ਨੂੰ ਫਿਰ ਪਤਾ ਲੱਗ ਜਾਂਦਾ ਕਿ ਇਹ ਜਿਹੜੀਆਂ ਵੇਨਸ ਹੈਗੀਆਂ ਆ ਇਹ ਫੁੱਲੀਆਂ ਆ, ਔਰ ਉਹ ਡਾਇਗਨੋਸ ਇੱਕਦਮ ਕਰ ਦਿੰਦੇ ਆ ਕਿ ਇਹ ਬਵਾਸੀਰ ਹੈਗੀ ਆ। ਥੈਂਕ ਯੂ ਡਾਕਟਰ ਸਾਹਿਬ। ਜੀ ਥੈਂਕ ਯੂ ਡਾਕਟਰ ਸਾਹਿਬ। ਹੋਪ ਤੁਹਾਨੂੰ ਸਾਰਿਆਂ ਨੂੰ ਜਿਹੜਾ ਅੱਜ ਦਾ ਟੌਪਿਕ ਆ ਯੂਜ਼ਫੁਲ ਰਿਹਾ ਹੋਊਗਾ, ਔਰ ਆਪਾਂ ਨੈਕਸਟ ਟੌਪਿਕ ਨਾਲ ਫਿਰ ਬਹੁਤ ਹੀ ਇੰਪੋਰਟੈਂਟ ਟੌਪਿਕ ਨਾਲ ਜ਼ਰੂਰ ਰੂਬਰੂ ਹੋਵਾਂਗੇ ਨੈਕਸਟ ਵੀਕ। ਤੇ ਅੱਜ ਲਈ ਤੁਹਾਡਾ ਸਾਰਿਆਂ ਦਾ ਥੈਂਕ ਯੂ ਡਾਕਟਰ ਸਾਹਿਬ। ਸ਼ੁਕਰੀਆ। Thank you to all of you. Good evening to all of you. Good evening, Dr. Saab. Good evening. Thank you.